मेरे सर्ब कला बन आई, प्रगट भई सगले जुग अंत, गुरु नानक की बलियाई। मैं मूर्ख की केतक बात है, कोट पराधी तरयारे, गुरु नानक जिन सुनिया पेखिया, से फिर गर्भास न परियारे। गुरु नानक जिन सुनिया पेखिया, से फिर गर्भास न परियारे। जुगा जुग अटल शब्द गुरु तन तन साहिब श्री गुरु ग्रंथ साहिब जी की पावन बाणी गुर सिद्धांत ते गुर इतिहास नाल सांझ पाण लई जुड़ बैठी सरबत संगत जीओ। वाहिगुरु जी का खालसा वाहिगुरु जी की फतेह। गुरु परमेश्वर जी की अपार कृपा सदका आप संतां दी असीसां सदका ਆਪਾਂ ਬਾਬਾ ਨਾਨਕ ਜੀ ਦੇ 9ਵੇਂ ਜਾਮੇ ਰਾਹੀਂ ਬਖਸ਼ਿਸ਼ ਹੋਈ ਬਾਣੀ ਦੀ ਲੜੀਵਾਰ ਵਿਚਾਰ ਆਰੰਭੀ ਸੀ। ਉਸ ਲੜੀ ਵਿੱਚ ਅੱਜ ਸਾਰੰਗ ਰਾਗ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਕ 1232 ਤੇ ਸੁਭਾਇਮਾਨ ਸ਼ਬਦ ਉਹਦੀ ਆਪਾਂ ਰਲ ਕੇ ਵਿਚਾਰ ਕਰਾਂਗੇ ਜੀ। ਪਹਿਲਾ ਸ਼ਬਦ ਦਾ ਪਾਠ ਕਰ ਲੈਂਦੇ ਹਾਂ, ਉਸ ਤੋਂ ਬਾਅਦ ਆਪਾਂ ਸਹਿਜੇ ਸਹਿਜੇ ਵਿਚਾਰਾਂਗੇ। सारंग महला नौवां, मन कर कबहू न हर गुण गायो, विख्या सकत रह्यो निस्बासुर, कीनो अपनो भायो रहा। गुर उपदेश सुन्यो नह कानन, पर्दा लपटायो, पर निंदा कारण बहुधावत, समझो नह समझायो। कहाँ कहो मैं अपनी करनी, जह विद जन्म गवायो, कह नानक सब अवगन मोह में, राख ले हो शरणायो। कह नानक सब अवगन मोह में, राख ले हो शरणायो। सारंग राग का नाम है महला नौवा। बाबा नानक जी के 9वें जामे राही बख्शिश होई बाणी। पहला बंद रहाव का मत है मन नूं संबोधन है। बहुत सारे शब्द बाणी विच मन नूं संबोधन ने, वो मन की सारी खेल है। जिवें कबीर साहब के वचन आप कई बार साझे करते हैं, मन स्यों काज है, मन साधे सिद्ध होए, मन ही मन स्यों कहे कबीरा, मन साध मिलिया ना कोई। जे मन विषय विकारां दे विच मलीन है, मैला कुचैला है, साहिब बख्शिश करते हैं। बाकी दिखावे दे जिन्ने मर्जी काम भावें वो धार्मिक कर्मां विच गिणे जांदे हन, वो सारे किसी अर्थ नहीं। मन मैले सब कुछ मैला, तन धोता है, मन अच्छा ना होए। सो मन नूं औगणा तो, माड़े फुरनियां तो, माड़े संकल्पां तो, माड़े विचारां तो, माड़े सुभाव तो मालिक दी बंदगी राही, सिमरन राही, गुरु दे उपदेश राही निर्मल रखना, स्वच्छ रखना, अरोग रखना, ये जीवन नूं सफल जीवन लई अति जरूरी है। सो साहिब इत्थे बख्शिश करने साहिबां दी वडियाई है। भगत होण चाहे गुरु साहिब होण, जिन्हां दी महापुरुषां दी बाणी गुरु ग्रंथ साहिब च मौजूद है, उन्होंने अपने ते घटा के सारे जगत नूं उपदेश दिता है। मन कर कबहू ना हर गुण गायो, विख्या सकत रहियो निस बासुर, कीनो अपनो भायो। इन्हें मैं मन नल जोड़ के, मन एकाग्र करके कदे हरि दे गुण नहीं गाए।
ਜ਼ੁਬਾਨ ਤੋਂ ਤਾਂ ਬਹੁਤ ਅਜੀਬ ਗਾ ਰਹੇ ਨੇ। ਗੁਰੂ ਪਾਤਸ਼ਾਹ ਨੇ ਬਾਣੀ ਵਿੱਚ ਵੀ ਵਚਨ ਬਖਸ਼ਿਸ਼ ਕੀਤਾ ਹੈ। ਜੇ ਆਪਾਂ ਵੀ ਉਪਰੀ ਨਜ਼ਰੇ ਦੇਖੀਏ ਤਾਂ ਬੜੇ ਹਰ ਧਰਮ ਦੇ ਵਿੱਚ ਧਰਮ ਦੇ ਨਾਮ ਤੇ ਬੇਅੰਤ ਸਮਾਗਮ ਹੁੰਦੇ ਨੇ, ਬੇਅੰਤ ਪ੍ਰੋਗਰਾਮਸ ਹੁੰਦੇ ਨੇ, ਬੇਅੰਤ ਧਾਰਮਿਕ ਸਥਾਨਾਂ ਤੇ ਪੂਜਾ ਪਾਠ ਨਿਰੰਤਰ ਹੁੰਦਾ ਹੈ ਔਰ ਬਹੁ ਗਿਣਤੀ ਵਿੱਚ ਲੋਕ ਉਹਦੇ ਚ ਸ਼ਮੂਲੀਅਤ ਵੀ ਕਰਦੇ ਆ। ਸੋ ਉਪਰੀ ਨਜ਼ਰ ਐਪਰੈਂਟਲੀ ਦੇਖਣ ਵਿੱਚ ਇਹ ਭੁਲੇਖਾ ਇਹ ਭਰਮ ਹੋ ਸਕਦਾ ਵੀ ਦੁਨੀਆ ਤਾਂ ਬਹੁਤ ਧਰਮ ਕਰਮ ਨੂੰ ਮੰਨਣ ਵਾਲੀ ਹੈ, ਪਰਮੇਸ਼ਰ ਦਾ ਨਾਮ ਲੈਣ ਵਾਲੀ ਹੈ, ਕਿਵੇਂ ਲੋਕੀ ਕਹਿੰਦੇ ਨੇ। ਸੋ ਸਾਹਿਬਾਂ ਨੇ ਬਾਣੀ ਵਿੱਚ ਜਿਹੜੇ ਵਚਨ ਬਖਸ਼ਿਸ਼ ਕੀਤੇ ਨੇ, ਆਪਾਂ ਉਹਨਾਂ ਤੇ ਭਰੋਸਾ ਕਰਕੇ ਉੱਥੋਂ ਦਵਾਈ ਲੈਣੀ ਹੈ। ਤੇ ਗੁਰੂ ਪਾਤਸ਼ਾਹ ਕੀ ਕਹਿਣ ਜਗਤ ਬਾਰੇ। ਅਸੀਂ ਸੰਸਾਰੀ ਮਨੁੱਖ ਕਿਸੇ ਨੂੰ ਦੇਖ ਕੇ ਜਾਂ ਉਹਦੇ ਕੰਮਕਾਰ ਨੂੰ ਦੇਖ ਕੇ, ਉਹਦੇ ਆਚਰਣ ਨੂੰ ਦੇਖ ਕੇ, ਉਹਦੇ ਵਰਤਾਰੇ ਨੂੰ ਦੇਖ ਕੇ ਉਹਨੂੰ ਮਿਸਜੱਜ ਕਰ ਸਕਦੇ ਹਾਂ। ਔਰ ਅਕਸਰ ਹੁੰਦਾ, ਬਹੁਤਾ ਹੁੰਦਾ, ਅਸੀਂ ਮਿਸਜੱਜ ਹੀ ਕਰਦੇ ਹਾਂ। ਸੰਸਾਰ ਦੇ ਜੀਵ ਇੰਨੇ ਚੁਸਤ ਚਲਾਕ ਨੇ, ਉਹ ਖੋਟੇ ਹੋਣ ਦੇ ਬਾਵਜੂਦ ਖਰਾ ਹੋਣ ਦਾ ਪ੍ਰਿਟੈਂਡ ਕਰ ਸਕਦੇ, ਦਾਅਵਾ ਕਰ ਸਕਦੇ ਔਰ ਬਹੁਤ ਸਾਰੇ ਮਨੁੱਖ ਭੁਲੇਖਾ ਖਾ ਸਕਦੇ। ਸਾਹਿਬਾਂ ਨੇ ਬਾਣੀ ਚ ਬਚਨ ਬਖਸ਼ਿਸ਼ ਕੀਤਾ ਹੈ, ਮੁਖੋਂ ਹਰ ਹਰ ਸਭ ਕੋ ਕਰੈ, ਵਿਰਲਾ ਹਿਰਦੈ ਵਸਾਏ। ਕਹਿੰਦੇ ਜ਼ੁਬਾਨ ਤੋਂ ਤਾਂ ਹਰੀ ਹਰੀ, ਰਾਮ ਰਾਮ, ਅੱਲਾ ਅੱਲਾ, ਵਾਹਿਗੁਰੂ ਵਾਹਿਗੁਰੂ, ਗੋਬਿੰਦ ਗੋਬਿੰਦ, ਰਾਧੇ ਰਾਧੇ ਬਥੇਰੇ ਕਰਦੇ ਨੇ। ਸਭ ਕੌਮੀਆਂ ਬਹੁਤ ਆਦਤ ਕਰਦੀ, ਮੈਜੋਰਿਟੀ ਕਰਦੀ ਹੈ। ਪਰ ਕਹਿੰਦੇ ਕੋਈ ਟਾਵਾ ਟਾਵਾ ਹੈ, ਵਿਰਲਾ ਵਿਰਲਾ ਹੈ, ਜਿਹਨੇ ਮਨ ਕਰਕੇ ਉਸ ਮਾਲਕ ਨੂੰ ਗਾਉਂਦਾ, ਯਾਦ ਕਰਦਾ, ਉਹਦੀ ਸਿਫਤ ਸਲਾਹ ਕਰਦਾ। ਔਰ ਵਿਰਲਿਆਂ ਬਾਰੇ ਵੀ ਸਾਹਿਬਾਂ ਨੇ ਬਾਣੀ ਚ ਬਹੁਤ ਸਾਰੇ ਵਚਨ ਬਖਸ਼ਿਸ਼ ਕੀਤੇ ਨੇ। ਐਨ ਵਿਰਲੇ ਨਾਹੀ ਕਣੇ, ਫੈਲ ਪਕੜ ਸੰਸਾਰ। ਔਰ ਇਹ ਵੀ ਸਾਹਿਬ ਵਚਨ ਬਖਸ਼ਿਸ਼ ਕਰਦੇ ਨੇ। ਨੌਵੇਂ ਪਾਤਸ਼ਾਹ ਦਾ ਵਚਨ ਹੈ, ਜਨ ਨਾਨਕ ਇਹ ਖੇਲ ਬਚਨ ਹੈ, ਕਿਨਹੂ ਗੁਰਮੁਖ ਜਾਣਾ। ਆਪਾਂ ਬਾਣੀ ਚ ਰੋਜ਼ ਪੜ੍ਹਦੇ ਹਾਂ, ਜਗ ਮੈਂ ਉੱਤਮ ਕਾਂਡੀ ਹੈ, ਵਿਰਲੇ ਕੇਈ ਕੇ। ਸੋ ਜਿਹੜੇ ਜਿਨ੍ਹਾਂ ਦੇ ਵਿਚਾਰ ਵੀ ਉੱਤਮ ਨੇ, ਜਿਨ੍ਹਾਂ ਦੀ ਕਰਨੀ ਵੀ ਉੱਤਮ ਹੈ, ਜਿਨ੍ਹਾਂ ਦਾ ਆਚਰਣ ਵੀ ਉੱਤਮ ਹੈ, ਔਰ ਜਿਨ੍ਹਾਂ ਦੀ ਓਵਰਆਲ ਸ਼ਖਸੀਅਤ ਤੁਸੀਂ ਕਹਿ ਰਹੇ ਹੋ ਤਨ ਮਨ ਧਨ ਉਸ ਮਾਲਿਕ ਦੀ ਸਿਫਤ ਸਲਾਹ ਵਿੱਚ ਉਹਦੇ ਗੁਣਾਂ ਚ ਰੰਗਿਆ ਹੋਇਆ, ਐਸੇ ਕਾਮ ਹੈ ਕਾਮ। ਮਨ ਕਰ ਕਬਹੂ ਨਾ ਹਰ ਗੁਣ ਗਾਏ। ਬਹੁਤ ਵਾਰੀ ਅਸੀਂ ਜਿਸ ਥਾਂ ਤੇ ਜਿਸ ਐਕਟੀਵਿਟੀ ਵਿੱਚ ਪਾਰਟਿਸਿਪੇਟ ਕਰਨ ਲਈ, ਸ਼ਮੂਲੀਅਤ ਕਰਨ ਲਈ ਤਨ ਕਰਕੇ ਪ੍ਰੈਜ਼ੈਂਟ ਹੁੰਦੇ, ਮਨ ਉੱਥੇ ਹਾਜ਼ਰ ਨਹੀਂ ਹੁੰਦਾ। ਮਨ ਦਾ ਸੁਭਾਅ ਹੈ, ਮਨ ਚੰਚਲ ਹੈ। ਆਪਾਂ ਕਬੀਰ ਸਾਹਿਬ ਦੇ ਬਚਨ ਯਾਦ ਕਰਦੇ ਬਹੁਤ ਵਾਰੀ। ਕਬੀਰ ਮਨ ਪੰਖੀ ਭਇਆ, ਉੱਡ ਉੱਡ ਦਹਿ ਜਿਸ ਜਾਏ, ਜੋ ਜੈਸੀ ਸੰਗਤ ਮਿਲੇ ਸੋ ਪੈਸੋ ਫਲ ਪਾਏ। ਕਹਿੰਦੇ ਤਾਂ ਆਜ਼ਾਦ ਪੰਖੀ ਦੀ ਤਰ੍ਹਾਂ ਹੈ ਮਨ, ਕਿਸੇ ਦਿਸ਼ਾ ਵਿੱਚ ਵੀ ਕਦੋਂ ਵੀ ਉੱਡ ਜਾਂਦਾ ਹੈ। ਜਿਸ ਭਾਵ ਦਸੋਂ ਦਿਸ਼ਾਵਾਂ ਵਿੱਚ ਉੱਡਦਾ ਹੈ, ਵੱਖ ਵੱਖ ਥਾਵਾਂ ਨੂੰ ਭੱਜਦਾ ਹੈ ਔਰ ਸਪਲਿਟ ਸੈਕਿੰਡ ਚ ਭੱਜਦਾ ਹੈ। ਬਹੁਤਾ ਸਮਾਂ ਨਹੀਂ ਇਹਨੂੰ ਚਾਹੀਦਾ ਵੀ ਉਹਨੂੰ ਪਲਾਨ ਕਰਨਾ ਹੈ ਕਿ ਮੈਂ ਜਾਣਾ ਕਿਵੇਂ, ਮੇਰੀ ਮੋਡ ਆਫ ਕਨਵੀਨੈਂਸ ਕੀ ਹੋਏਗੀ, ਮੇਰੀ ਡਾਇਰੈਕਸ਼ਨ ਕੀ ਹੈ, ਕੋਈ ਗਾਈਡੈਂਸ ਰੂਟ ਦਾ ਇੱਕ ਸਕਿੰਟ ਚ ਉੱਡਦਾ ਹੈ। ਇਸ ਕਰਕੇ ਮਨ ਜਦੋਂ ਕਿਸੇ ਧਾਰਮਿਕ ਸਥਾਨ ਤੇ ਵੀ ਹੁੰਦਾ ਹੈ ਜਾਂ ਕਿਸੇ ਧਾਰਮਿਕ ਕਿਰਿਆ ਵਿੱਚ ਵੀ ਦੇਖਣ ਨੂੰ ਸਰੀਰ ਕਰਕੇ ਮੌਜੂਦ ਲੱਗਦਾ ਵੀ ਇਹ ਉੱਥੇ ਹਾਜ਼ਰੀ ਭਰ ਰਿਹਾ, ਹੁੰਦਾ ਨਹੀਂ ਬਹੁਤਿਆਂ ਦਾ, ਇਹ ਵਰਗਿਆਂ ਦਾ ਤਾਂ ਨਹੀਂ ਹੁੰਦਾ। ਇਸ ਕਰਕੇ ਜਦੋਂ ਮਨ ਹਾਜ਼ਰ ਨਹੀਂ ਹੁੰਦਾ, ਸਾਹਿਬਾਂ ਨੇ ਬੜੀ ਪਿਆਰੀ ਇੱਕ ਸ਼ਰਤ ਦੱਸੀ ਹੈ ਸਾਨੂੰ ਕਿ ਜੇ ਉਸ ਮਾਲਕ ਨੂੰ ਮਿਲਣਾ ਤਾਂ ਭਾਈ ਇਹ ਤਿੰਨ ਚੀਜ਼ਾਂ ਪ੍ਰੀ ਰਿਕੁਇਜ਼ਿਟ ਨੇ, ਚਾਹੀਦੀਆਂ। ਇਹ ਨਹੀਂ ਹੋਣਗੀਆਂ, ਇਸ ਕੰਡੀਸ਼ਨ ਨੂੰ ਜੇ ਫੋਲੋ ਨਹੀਂ ਕਰੇਗਾ ਤਾਂ ਸੰਭਵ ਨਹੀਂ। ਤਨ ਮਨ ਧਨ ਸਭ ਸੌਂਪ ਗੁਰ ਕੋ, ਹੁਕਮ ਮੰਨਿਆ ਭਾਈ। ਤਨ ਦੀ ਵੀ ਐਬਸੋਲੂਟ ਸਬਮਿਸ਼ਨ ਚਾਹੀਦੀ ਹੈ, ਮਨ ਦੀ ਵੀ ਚਾਹੀਦੀ ਹੈ, ਧਨ ਦੀ ਵੀ ਚਾਹੀਦੀ ਹੈ, ਜੋ ਪਦਾਰਥਾਂ ਨੇ ਬਖਸ਼ਿਸ਼ ਕੀਤੇ। ਜੇ ਮਨ ਇਹ ਮੰਨ ਜਾਵੇ ਵੀ ਇਹ ਸਰੀਰ ਵੀ ਉਹਦਾ ਦਿੱਤਾ ਹੈ, ਅੰਦਰ ਜੋਤ ਵੀ ਉਹਦੀ ਬੈਠੀ ਹੈ, ਔਰ ਜੋ ਉਹਨੇ ਵਰਤਣ ਲਈ ਪਦਾਰਥ ਦਿੱਤੇ ਨੇ ਵੀ ਉਹਦੇ ਬਖਸ਼ਿਸ਼ ਕੀਤੇ ਹੋਏ, ਮੰਨ ਜਾਵੇ। ਮੰਨਦਾ ਨਹੀਂ ਹੈ 100% ਮਨ ਕਦੇ ਨਹੀਂ ਮੰਨਦਾ। ਮੈਂ ਕਮਾਇਆ, ਮੈਂ ਬਣਾਇਆ, ਮੈਂ ਇਹ ਫੈਕਟਰੀ ਬਣਾਈ, ਮੈਂ ਇਹ ਪਲਾਟ ਖਰੀਦਿਆ। ਈਵਨ ਬੱਚਿਆਂ ਤੱਕ ਵੀ ਅਸੀਂ ਉਲਾਮਾ ਤਾਣਾ ਦੇ ਦਿੰਦੇ ਹਾਂ ਕਈ ਵਾਰੀ, ਬਹੁਤ ਵਾਰੀ। ਮੈਂ ਕਮਾ ਕੇ ਦਿੱਤਾ, ਤੇਰਾ ਆਪਣਾ ਨਹੀਂ ਹੈ।
ਇਹ ਗੱਲ ਅਸੀਂ ਕਹਿ ਦਿੰਦੇ ਹਾਂ, ਸੰਸਾਰ ਦੀ ਸੁਭਾਅ ਹੈ। ਸੋ ਸਾਹਿਬ ਬਖਸ਼ਿਸ਼ ਕਰ ਰਹੇ ਨੇ, ਜੋ ਸਾਨੂੰ ਸਮਝਾ ਰਹੇ ਨੇ ਕਿ ਮਨ ਕਰ ਕਬਹੂ ਨਾ ਹਰ ਗੁਣ ਗਾਏ, ਕਿ ਮਨ ਜੋੜ ਕੇ, ਮਨ ਇਕਾਗਰ ਕਰਕੇ, ਆ ਵੀ ਕੰਡੀਸ਼ਨ ਸਾਹਿਬਾਂ ਨੇ ਦੱਸੀ, ਆਪਾਂ ਪੜ੍ਹਦੇ ਹਾਂ ਸੁਖਮਨੀ ਸਾਹਿਬ ਕਿ ਉਹਦੀ ਉਸਤਤ ਮਾਲਿਕ ਦੀ ਸਿਫਤ ਸਲਾਹ ਕਿਵੇਂ ਕਰਨੀ ਹੈ। ਪ੍ਰਭ ਕੀ ਉਸਤਤ ਕਰੋ ਸੰਤ ਮੀਤ, सावधान एकाग्र जी। सावधान मीन्स के तन करके भी अटेंटिव होना चाहिए और मन करके भी, मन जेड़ा सुरत जेड़ी है खिंडे ना, इधर उधर ना भजे। बचन साहिब दा आप पढ़ते नवे पातशाह, जो पुजियो सो बिनस है परो आज कै काल, नानक हर गुण गाए वे छाड़ सगल जंजाल। लेकिन साडे जंजाल तां पए हुंदे, सवेरे उठदे भी मोटर चलानी, बच्चे नूं स्कूल भेजना, दूध वाले ने आना, ध्यान उधर लगा हुंदा, पाठ करने गल्लां कर रहे हुंदे, एक दूजे नाल डायरेक्ट कर रहे हुंदे। सो मन बिल्कुल आस-पास की वरत रहा है, तुहानूं इस गल दी बिल्कुल आभास ही ना होवे, पता भी ना लगे, प्रतीत ही ना आए, मन जुड़िया हो। इवन अपने तन दियां जिहड़ियां एक्टिविटीज ने भी, मेरी लत्त थक गई, मैं बाहर चौकड़ी बदलनी है, इस गल तो भी तुसीं मुक्त होवो। वो कदे कदे ਉਹਦੀ ਕਿਰਪਾ ਨਾਲ ਐਸੀ ਅਵਸਥਾ ਬਣਦੀ ਹੈ ਕਿ ਜਦੋਂ ਤਨ ਮਨ ਉਹਦੀ ਸਿਫਤ ਸਲਾਹ ਵਿੱਚ ਰੰਗਿਆ ਹੁੰਦਾ ਹੈ, ਜੋ ਜ਼ੁਬਾਨ ਨਾਲ ਤੁਸੀਂ ਪੜ੍ਹ ਰਹੇ ਹੁੰਦੇ ਹੋ ਬਾਣੀ ਨੂੰ, ਜਾਂ ਉਹ ਕੰਨਾਂ ਨਾਲ ਬਿਲਕੁਲ 100% ਸੁਣ ਰਹੀ ਹੁੰਦੀ ਹੈ, और वो विचार का रस मन पी रहा होंगे, जिहदे बारे साहिब बख्शिश करदे ने, झिम झिम बरसा अमृत धारा मन पी गए सुन शब्द विचार। कि जुबान प्यार नाल ओदी सिफत सलाह गा रही है, कन बिल्कुल 100% अटेंटिवली आस पास की वरत रहा, भावें ढोल ढमके बजदे होण, डिस्टर्ब नहीं करने, डिस्ट्रैक्ट नहीं करने, कन इन्नी अटेंटिवली सुनते पे ने, और उस सुने हुए विचार के मन एनालाइज करके विचार रस नूं पी लिया। अवस्था तामे तामे दी बनदी है, जरूरी है। मन कर कबहू ना हर गुण गाए, तुमने मन करके उस हरि दे गुण जुबान नाल तां बड़े गाए, तुरदियां फिरदियां भी गाए, गुरु साहब ने मना नहीं किया, लेकिन मन जोड़ के मन उत्थों एबसेंट सी, कहंदे कदे नहीं गाए। कीता की विख्या सकत रहे हो जिस पास, विख्या और आसक्त दोनों शब्दों का जोड़ है। आसक्त होंदा किसी ते मोहित होना, लालायत होना, किसी दे बहुत ज्यादा इन्फ्लुएंस विच आ जाना, ਉਹਦੇ ਚੰਗੇ ਮਾੜੇ ਕੌਨਸੀਕੁਐਂਸਸ ਨਤੀਜੇ ਵਿਚਾਰਨ ਤੋਂ ਬਿਨਾਂ। ਵਿਖਿਆ ਸਕਤ ਰਹਿਓ ਨਿਸ ਵਾਸਰ, ਨਿਸ ਦਿਨ ਰਾਤ ਵਾਸੁਰ ਦਿਨ, ਭਾਵ ਦਿਨ ਰਾਤ ਕਹਿਣ ਦਾ ਭਾਵ ਹਰ ਸਮੇਂ ਹੀ ਮੈਂ ਵਿਸ਼ੇ ਵਿਕਾਰਾਂ ਦੇ ਪ੍ਰਤੀ ਲਾਲਾਇਤ ਰਿਹਾ, उस रसां कसां नूं माणन लई हमेशा मेरा मन मोहित रहा, उधर को भजदा रहा, खुबिया रहा, ते तांग रखी कि आ चाहिदा, आ चाहिदा, आ मानना है। कीनो अपनो भाई, और जो मन नूं चंगा लगा वो मैं कीता। कहंदे जो गुरु नूं चंगा लगदा है, जो परमेश्वर नूं चंगा लगदा है, जिहड़े सारे जगत दे माता पिता ने, जिहड़ा बच्चा अपने माता पिता दे हुक्मां दी अवग्या करदा होए, ਆਪਾਂ ਕਹਿ ਦਿੰਦੇ ਆ ਕਿ ਬੱਚਾ ਕਹਿਣੇ ਵਿੱਚ ਨਹੀਂ ਹੈ, ਟੀਚਰਸ ਦੇ ਕਹਿਣੇ ਵਿੱਚ ਨਾ ਹੋਏ, ਟੀਚਰ ਕਹਿ ਦਿੰਦੇ ਡਿਸਓਬੀਡੀਐਂਟ ਹੈ ਭਾਈ, ਕਹਿਣੇ ਚ ਨਹੀਂ ਹੈ। ਔਰ ਜਿਹੜਾ ਮਾਪਿਆਂ ਦੇ ਜਾਂ ਟੀਚਰ ਦੇ ਕਹਿਣੇ ਵਿੱਚ ਵਿਦਿਆਰਥੀ ਜਾਂ ਬੱਚਾ ਧੀ ਪੁੱਤ ਨਹੀਂ ਹੁੰਦਾ, ਉਹ ਉੱਪਰੋਂ ਭਾਵੇਂ ਮੋਹ ਦੇ ਮਾਰੇ ਮਾਪੇ ਕਿੰਨਾ ਵੀ ਉਸ ਤੇ ਲਾੜ ਲਡਾਈ ਜਾਣ, ਉਹਨੂੰ ਆਪਣੀਆਂ ਵਸਤੂਆਂ ਪਦਾਰਥ ਜੋ ਦੇਣਾ ਉਹ ਦੇ ਹੀ ਜਾਣ, ਮਨ ਕਰਕੇ ਉਸ ਤੋਂ ਕਦੇ ਖੁਸ਼ ਹੋ ਕੇ ਅਸੀਸ ਨਹੀਂ ਨਿਕਲਦੀ। क्या मेरा बच्चा बहुत लायक है, मेरी अख के इशारे नहीं समझ जाता है, और जो असी कहने हुक्म उसनूं खिड़े मत्थे प्रवान करदा। दो तरीके ने ना मन दे, एक तां तुसीं बद्धा रदी, ਉਹਦੇ ਬਾਰੇ ਸਾਹਿਬਾਂ ने कह दिता, बद्धा चट्टी जे परे नाम गुण नाम पुकार, जे डर करके भी यान मैं तां हले पेरेंट्स ते डिपेंडेंट है, मैनूं मनना ही पैना, इन्हां दा मैनूं पसंद नहीं उन्हां दा, लेकिन मैनूं मनना पैना जरूरी। इस भावना नाल जिहड़ा मन रिहा गुरु दा कहना, पिता का कहना, वो मन्निया परवान नहीं है। जिन्हें खिड़े मत्थे मन्निया बिना किसी किंतु परंतु दे मन्निया, वो परवान है। तो कहंदे जो मैनूं चंगा लगा मेरे मन नूं, वो मैं कीता। विषय विकारां दे कोल, शराब दिल कीता, शराब पी गई, जुआ दिल कीता, जुआ खेड रहा, रंग तमाशियां च नाच गाने च जाण नूं दिल कीता, उत्थे चले गए।
ਜਿਨ੍ਹਾਂ ਕੰਮਾਂ ਤੋਂ ਬਾਪੂ ਵਰਜਦਾ ਸੀ, ਮਾਤਾ ਪਿਤਾ ਵਰਗਿਆਂ ਨੂੰ ਤਾਂ ਕਹੀ ਜਾਂਦੇ ਆ, ਤੂੰ ਮੇਰਾ ਪਿਤਾ, ਤੂੰ ਹੈ ਮੇਰਾ ਮਾਤਾ, ਤੂੰ ਮੇਰਾ ਬੰਧਕ, ਤੂੰ ਮੇਰਾ ਭਰਾਤਾ। ਕਹਿਣ ਨੂੰ ਆਪਾਂ ਮੇਰੇ ਵਰਗੇ ਰੋਜ਼ ਗਾ ਲੈਂਦੇ ਨੇ, ਹਰ ਜੀ ਮਾਤਾ, ਹਰ ਜੀ ਪਿਤਾ, ਹਰ ਜੀ ਪ੍ਰਤਪਾਲਕ, ਹਰ ਜੀ ਮੇਰੀ ਸਾਰ ਕਰੇ ਹਮ ਹਰ ਕੇ ਮਾਲਕ। ਲੇਕਿਨ ਜੇ ਸੱਚਮੁੱਚ ਉਸਨੂੰ ਪਿਤਾ ਮਾਂ ਮੰਨੀਏ, ਉਹ ਪਿਤਾ ਮਾਂ ਵੀ ਐਸਾ ਜਿਹੜੇ ਦੁਨਿਆਵੀ ਮਾਂ ਪਿਤਾ ਨਾਲੋਂ ਲੱਖਾਂ ਗੁਣਾ ਬਿਹਤਰ ਹੈ, ਕੋਈ ਕੰਪੈਰੀਜ਼ਨ ਹੀ ਨਹੀਂ ਬਣਦਾ। ਦੁਨਿਆਵੀ ਮਾਤਾ ਪਿਤਾ ਦੀਆਂ ਬੱਚਿਆਂ ਕੋਲੋਂ ਬੇਸ਼ੱਕ ਉਹਨਾਂ ਦੀ ਫਰਜ਼ ਹੁੰਦਾ ਹੈ, ਡਿਊਟੀ ਹੁੰਦੀ ਹੈ, ਜੋ ਵੀ ਉਹਨਾਂ ਦਾ ਪਾਲਣ ਪੋਸ਼ਣ ਕਰਦੇ ਨੇ, ਲੇਕਿਨ ਉਹਨਾਂ ਦੀਆਂ ਐਕਸਪੈਕਟੇਸ਼ਨਸ ਹੁੰਦੀਆਂ, ਉਮੀਦਾਂ ਹੁੰਦੀਆਂ ਕੁਝ ਬੱਚਿਆਂ ਕੋਲੋਂ ਵੀ ਮੈਨੂੰ ਆਹ ਕਰਨਗੇ, ਵੱਡੇ ਹੋ ਕੇ ਮੇਰੀ ਸੇਵਾ ਕਰਨਗੇ, ਮੇਰੀਆਂ ਮੰਗਾਂ ਪੂਰੀਆਂ ਕਰਨਗੇ, ਮੇਰਾ ਧਿਆਨ ਰੱਖਣਗੇ। ਐਕਸਪੈਕਟੇਸ਼ਨਸ ਹੈ, ਉਸ ਮਾਲਿਕ ਨੂੰ ਜ਼ੀਰੋ ਐਕਸਪੈਕਟੇਸ਼ਨ ਹੈ ਸਾਡੇ, ਸਾਰਾ ਕੁਝ ਦਿੰਦਾ ਹੈ। ਇਹ ਮਨ ਹਰ ਦੀ ਧਿਆਏ ਤੂੰ, ਇੱਕ ਮਨ ਇੱਕ ਚਿਤ ਪਾਏ, ਹਰ ਕੀਆਂ ਸਦਾ ਸਦਾ ਵਡਿਆਈਆਂ ਤੇ ਨਾ ਬਖਸ਼ੋ। ਉਹ ਐਸਾ ਮਾਤਾ ਪਿਤਾ ਹੈ, ਉਹ ਸਾਡੇ ਬੇਅੰਤ ਔਗੁਣਾਂ ਨੂੰ, ਗਲਤੀਆਂ ਨੂੰ, ਬਲੰਡਰਸ ਨੂੰ ਦੇਖਦਾ ਹੋਇਆ ਵੀ ਕਦੇ ਜੋ ਦਾਤਾ ਦਿੰਦਾ ਉਹਦਾ ਪਛਤਾਵਾ ਨਹੀਂ ਕਰਦਾ, ਉਹ ਸਾਰਿਆਂ ਨੂੰ ਦਿੰਦਾ। ਆਪਾਂ ਆ ਵੀ ਬਚਨ ਸਾਹਿਬਾਂ ਦਾ ਬਹੁਤ ਵਾਰੀ ਸਾਂਝਾ ਕੀਤਾ, ਸਭਨਾਂ ਉੱਪਰ ਨਜ਼ਰ ਹੈ ਤੇਰੀ, ਕਿਸੇ ਥੋੜੀ ਕਿਸੇ ਹੈ ਕਰੀ, ਸਭ ਤੇ ਕਿਰਪਾ ਕਰਦਾ ਹੈ। ਜਿਹੜੇ ਓਬੀਡੀਐਂਟ ਨੇ, ਜਿਹੜੇ ਕਹਿਣੇ ਵਿੱਚ ਨੇ, ਜਿਹੜੇ ਹੁਕਮਾਂ ਦੇ ਨਤਮਸਤਕ ਨੇ, ਉਹਨਾਂ ਤੇ ਘੜੇਰੀ, ਜਿਹੜੇ ਮੇਰੇ ਵਰਗੇ ਨੇ ਥੋੜੀ, ਲੇਕਿਨ ਕਰਦਾ ਜ਼ਰੂਰ ਹੈ। ਲੇਕਿਨ ਮਨ ਦਾ ਸੁਭਾਅ ਕੀ ਹੈ ਕਿ ਮਨ ਆਪਣੀ ਮਤ ਨਹੀਂ ਤਿਆਗਦਾ। ਕੀਨੋ ਆਪਣੋ ਭਾਇਓ, ਜੋ ਮੈਨੂੰ ਭਾਉਂਦਾ ਸੀ, ਜੋ ਮੈਨੂੰ ਚੰਗਾ ਲੱਗਦਾ ਸੀ, ਔਰ ਜਦੋਂ ਹੁਕਮ ਦੀ ਅਵੱਗਿਆ ਹੁੰਦੀ ਹੈ ਤੇ ਕੋਈ ਸਿਰ ਫਿਰਿਆ ਸਾਡੇ ਵਰਗਾ ਟੋਕ ਦਿੰਦਾ ਹੈ, ਉੱਥੇ ਫਿਰ ਵੱਡੀਆਂ ਵੱਡੀਆਂ ਆਰਗੂਮੈਂਟਸ ਦੀ ਉਸ ਗਲਤ ਨੂੰ ਜਸਟੀਫਾਈ ਕਰਨ ਲਈ ਦੇਣ ਤੋਂ ਚੁੱਕਦੇ ਨਹੀਂ ਬੰਦੇ। ਕੀ ਕਰੀਏ ਜੀ, ਬਿਜ਼ਨਸ ਹੈ, ਪੀਣੀ ਪਿਲਾਉਣੀ ਪੈਂਦੀ ਹੈ, ਕਰਨਾ ਪੈਂਦਾ ਹੈ। ਮੀਨਸ ਜੋ ਗੁਰੂ ਕਹਿ ਰਿਹਾ ਹੈ, ਜੋ ਨਿਰੰਕਾਰ ਕਹਿ ਰਿਹਾ ਹੈ, ਉਹਨੂੰ ਵੀ ਗਲਤ ਸਾਬਤ ਕਰਨ ਲਈ ਆਪਣੀਆਂ ਐਬਸਰਡ ਵੇ ਆਰਗੂਮੈਂਟਸ, ਥੋਥੀਆਂ ਦਲੀਲਾਂ ਦੇ ਕੇ ਆਪਣੀ ਗੱਲ ਨੂੰ ਠੀਕ ਸਾਬਤ ਕਰਨ ਦਾ ਥੋਥਾ ਯਤਨ ਕਰਦੇ। ਆਹ ਹੈ ਮਨ ਦੀ ਮਤ। ਗੁਰੂ ਸਾਹਿਬ ਨੇ ਮਨਮੁਖ ਔਰ ਗੁਰਮੁਖ ਦਾ ਬਹੁਤ ਵਾਰੀ ਬਾਣੀ ਜ਼ਿਕਰ ਕੀਤਾ ਹੈ। ਜਿਹੜੇ ਮਨ ਦੀ ਮਤ ਦੇ ਪਿੱਛੇ ਤੁਰਦੇ ਨੇ, ਜਿਨ੍ਹਾਂ ਦੀ ਡਰਾਈਵਿੰਗ ਫੋਰਸ ਉਹਨਾਂ ਦਾ ਮਨ ਹੈ, ਮਨ ਦੇ ਵਿਚਾਰ ਨੇ, ਮਨਮਤ ਨੇ, ਮਨਮੁਖ ਨੇ, ਜਿਨ੍ਹਾਂ ਦੀ ਅਗਵਾਈ ਗੁਰੂ ਦਾ ਸ਼ਬਦ ਕਰਦਾ ਹੈ, ਗੁਰੂ ਦੇ ਬਚਨ ਕਰਦੇ ਨੇ, ਗੁਰੂ ਦੀ ਬਾਣੀ ਕਰਦੀ, ਗੁਰੂ ਦੀ ਸਿੱਖਿਆ, ਗੁਰੂ ਦਾ ਉਪਦੇਸ਼ ਕਰਦਾ ਹੈ, ਗੁਰਮੁਖ ਨੇ। ਔਰ ਸਾਹਿਬਾਂ ਨੇ ਆਹ ਹੁਕਮ ਸਾਨੂੰ ਕੀਤਾ ਹੋਇਆ ਬਾਣੀ ਵਿੱਚ ਕਿ ਭਾਈ ਜੇ ਤੂੰ ਆਪਣਾ ਭਲਾ ਚਾਹੁੰਦਾ ਹੈ, ਜੇ ਤੂੰ ਆਪਣਾ ਜੀਵਨ ਸਵਾਰਨਾ ਚਾਹੁੰਦਾ ਹੈ, ਤਾਂ ਤੈਨੂੰ ਆ ਵੀ ਕਰਨਾ ਪੈਣਾ, ਮਨ ਦੀ ਮਤ ਤਿਆਗਣੀ ਪੈਣੀ। ਕਹਿੰਦੇ ਆਪਣੀ ਮਤ ਕਰਕੇ ਵੱਡੇ ਵੱਡੇ ਪੜ੍ਹੇ ਲਿਖੇ ਧਰਮ ਗ੍ਰੰਥਾਂ ਦੇ ਆਚਾਰੀਆ, ਧਰਮ ਗ੍ਰੰਥਾਂ ਦੇ ਅਰਥ ਕਰਨ ਵਾਲੇ, ਦੂਜਿਆਂ ਨੂੰ ਸੁਣਾਉਣ ਵਾਲੇ, ਜ਼ੁਬਾਨੀ ਜਿਹਨਾਂ ਨੂੰ ਕੰਠ ਸੀ, ਕਹਿੰਦੇ ਉਹ ਵੀ ਭਟਕ ਗਏ, ਉਹ ਵੀ ਆਪਣਾ ਜੀਵਨ ਜਿਹੜਾ ਵਿਅਰਥ ਕਰਕੇ ਚਲੇ ਗਏ। ਇਸ ਲਈ ਸਾਹਿਬਾਂ ਨੇ ਸਾਨੂੰ ਤਾਕੀਦ ਕੀਤੀ ਹੈ, ਉਪਦੇਸ਼ ਬਖਸ਼ਿਸ਼ ਕੀਤਾ ਹੈ, ਗੁਰੂ ਕੀ ਮਤ ਤੂੰ ਲੇਹੇ ਗਿਆਨੇ, ਭਗਤ ਬਿਨਾ ਬਹੁਤ ਡੂਬੇ ਸਿਆਣੇ। ਦੁਨੀਆ ਦੀ ਅਕੈਡਮਿਕਸ ਦੀ, ਪ੍ਰੋਫੈਸ਼ਨਲ ਦੀ ਐਕਸਲੈਂਸ, ਧਰਮ ਦੇ ਖੇਤਰ ਦੀ ਵੀ ਬਹੁਤ ਸਾਰਿਆਂ ਨੂੰ, ਜਿਵੇਂ ਉਹ ਇੱਕ ਇਸਲਾਮ ਦੇ ਵਿੱਚ ਡਾਕਟਰ ਜ਼ਾਕਿਰ ਨਾਇਕ ਹੈ, ਉਹਨੂੰ ਬਹੁਤ ਸਾਰੇ ਆਪਣੇ ਧਰਮ ਤੋਂ ਇਲਾਵਾ, ਕੁਰਾਨ ਸ਼ਰੀਫ ਤੋਂ ਇਲਾਵਾ ਕੰਪੈਰੇਟਿਵ ਸਟੱਡੀ ਕੀਤੀ ਹੋਈ ਹੈ, ਮੈਮਰੀ ਸ਼ਾਰਪ ਹੈ, ਦੂਸਰਿਆਂ ਦੇ ਧਰਮ ਗ੍ਰੰਥਾਂ ਦੀਆਂ ਕੋਟਸ ਉਹਨਾਂ ਦੀ ਪੇਜ ਦੇ ਨਾਲ ਯਾਦ ਨੂੰ ਕੋਟ ਕਰਦਾ। ਕਈ ਵਾਰੀ ਵੇਖਣ ਵਾਲੇ ਨੂੰ ਬੜਾ ਇਹ ਭਰਮ ਭੁਲੇਖਾ ਪੈਂਦਾ ਵੀ ਬੜਾ ਲਾਇਕ ਹੈ, ਬੜਾ ਲਰਨਡ ਹੈ, ਬਹੁਤ ਵੱਡਾ ਸਕੋਲਰ, ਇਹਨੂੰ ਗੀਤਾ ਦੀ ਵੀ ਪੰਕਤੀ ਯਾਦ ਹੈ, ਉਹਦਾ ਪੇਜ ਵੀ ਯਾਦ ਹੈ, ਫਲਾਣੇ ਦਾ ਵੀ ਯਾਦ ਹੈ, ਉਹਦਾ ਵੀ ਯਾਦ ਹੈ। ਇਸ ਭਰਮ ਦੀ, ਇਸ ਵਿਦਿਆ ਦੀ ਉੱਥੇ ਕੋਈ ਵੈਲਿਊ ਨਹੀਂ ਹੈ। ਤੁਸੀਂ ਕੀ ਪੜ੍ਹਿਆ, ਕੀ ਕੰਠ ਕੀਤਾ, ਕਿਹਦੇ ਅਰਥ ਕੰਠ ਕੀਤੇ ਨੇ, ਉੱਥੇ ਤੁਸੀਂ ਕਮਾਇਆ ਕੀ ਹੈ। ਆ ਕੰਡੀਸ਼ਨ ਹੈ, ਸੁਨਤ ਕਮਾਵਤ, ਬੋਧ ਉਧਾਰ, ਆਪ ਤਰੈ ਲੋਕੈ ਨਿਰਸਾਰ।
ਜੋ ਗੁਰੂ ਪਾਤਸ਼ਾਹ ਨੇ ਬਾਣੀ ਵਿੱਚ ਬਚਨ ਬਖਸ਼ਿਸ਼ ਕੀਤੇ ਨੇ ਉਹਨਾਂ ਨੂੰ ਭੈ ਭਾਵਨੀ ਨਾਲ ਅਦਬ ਔਰ ਪਿਆਰ ਨਾਲ ਸੁਣ ਕੇ ਮੰਨ ਲੈਣਾ। ਸੁਣਿਆ ਮੰਨਿਆ ਮਨ ਕੀਤਾ ਪਾਓ, ਅੰਤਰਗਤ ਤੀਰਥ ਮਲ ਲਾਓ। ਤੀਰਥਾਂ ਤੇ ਸਰੋਵਰਾਂ ਤੇ ਬੌਲੀਆਂ ਤੇ ਚੁੱਭੀਆਂ ਲਾ ਕੇ ਪਵਿੱਤਰ ਨਹੀਂ ਹੋ ਸਕਦੇ। ਆਪਣੇ ਅੰਦਰ ਦੇ ਮਨ ਦੇ ਤੀਰਥ ਨੂੰ ਗੁਰੂ ਦੇ ਨਾਮ ਦੇ ਜਲ ਦੇ ਨਾਲ ਧੋ ਕੇ ਹੀ ਇਹ ਵਿਸ਼ੇ ਵਿਕਾਰਾਂ ਦੀ ਔਗਣਾ ਦੀ ਮੈਲ ਤੋਂ ਮੁਕਤ ਕਰਕੇ ਮਨ ਨੂੰ ਨਿਰਮਲ ਕੀਤਾ ਜਾ ਸਕਦਾ। ਜਗਤ ਦਸੀਏ ਸਾਹਿਬਾਂ ਨੇ ਪਰ ਕਹਿੰਦੇ ਮੈਂ ਕੀ ਕੀਤਾ, ਵਿਖਿਆ ਸਖਤ ਰਹਿਓ ਨਿਸ ਵਾਸੋ ਕੀਨੋ ਆਪਣੋ ਭਾਈ। ਕਹਿੰਦੇ ਜੋ ਮੈਨੂੰ ਚੰਗਾ ਲੱਗਦਾ ਸੀ ਮਨ ਨੂੰ ਮੈਂ ਤਾਂ ਉਹੀ ਕੀਤਾ, ਔਰ ਵਿਸ਼ੇ ਵਿਕਾਰਾਂ ਤੇ ਮੋਹਿਤ ਰਿਹਾ ਔਰ ਉਹੀ ਸਾਰਾ ਕੁਝ ਕੀਤਾ। ਭਗਤ ਸਿੰਘ ਪੜ੍ਹਦੇ ਆ ਭਗਤ ਬਾਣੀ ਵਿੱਚ ਮੇਰੀ ਜਿਹੜੀ ਹਾਲਤ ਹੈ, ਮੇਰੀ ਸੰਗਤ ਪੋਚ ਸੋਚ ਦਿਨ ਰਾਤੀ, ਮੇਰਾ ਕਰਮ ਕੁਟਿਲਤਾ ਜਨਮ ਤੋਂ। ਕਹਿੰਦੇ ਮੇਰੀ ਜਿਹੜੀ ਸੰਗਤ ਹੈ ਉਹ ਮਾੜੇ ਬੰਦਿਆਂ ਨਾਲ ਹੈ, ਉੱਠਣੀ ਬੈਠਣੀ ਵਰਤਨ ਵਿਹਾਰ। ਕਹਿੰਦੇ ਮੈਂ ਆਪਣੇ ਆਪ ਨੂੰ ਕਿਵੇਂ ਸੰਭਾਲ ਸਕਦਾ, ਮੇਰੀ ਸਮਰੱਥਾ ਨਹੀਂ ਹੈ। ਤੁਸੀਂ ਕਿਰਪਾ ਕਰੋ, ਤੁਸੀਂ ਰਹਿਮਤ ਕਰੋ, ਤੁਸੀਂ ਦਇਆ ਕਰੋ ਤਾਂ ਮੈਂ ਇਹਨਾਂ ਤੋਂ ਬਚ ਸਕਦਾ, ਮੇਰੀ ਆਪਣੀ ਸਮਰੱਥਾ ਨਹੀਂ ਹੈ। ਗੁਰ ਉਪਦੇਸ਼ ਸੁਨਿਓ ਨਹਿ ਕਾਨਨ, ਪਰ ਦਾਰਾ ਲਪਟਾਈ। ਦਾਰਾ ਹੁੰਦਾ ਇਸਤਰੀ ਪਰਾਈ, ਇਸਤਰੀ ਪਰ ਪਰਾਈ। ਪਰਦਾਰਾ ਦਾ ਪਰਤਨ ਦਾ ਪਰਤਨ ਦਾ ਇੱਥੇ ਵੀ ਅਗਲੀ ਪੰਕਤੀ ਵਿੱਚ ਜ਼ਿਕਰ ਆਏਗਾ। ਸਾਹਿਬਾਂ ਨੇ ਬਹੁਤ ਜਗ੍ਹਾ ਬਾਣੀ ਵਿੱਚ ਸਾਨੂੰ ਸਮਝਾਉਣ ਲਈ ਉਪਦੇਸ਼ ਬਖਸ਼ਿਸ਼ ਕੀਤੇ ਨੇ। ਹੁਣ ਇੱਥੇ ਸਪਸ਼ਟ ਕਰਨਗੇ ਸਾਹਿਬ, ਗੁਰ ਉਪਦੇਸ਼ ਸੁਨਿਓ ਨਹਿ ਕਾਨਨ। ਕਹਿੰਦੇ ਗੁਰੂ ਦਾ ਉਪਦੇਸ਼, ਪੂਰੇ ਗੁਰੂ ਦਾ। ਸਾਹਿਬ ਤਾਂ ਸਾਨੂੰ ਕੂ ਕੂ ਕੇ ਪੁਕਾਰ ਪੁਕਾਰ ਕੇ ਕਹਿ ਰਹੇ ਪੂਰੇ ਗੁਰ ਕਾ ਸੁਨ ਉਪਦੇਸ਼, ਪਾਰ ਬ੍ਰਹਮ ਨਿਕਟ ਕਰਕੇ ਸਾਥ ਸਾਥ ਸਿਮਰੋ ਗੋਬਿੰਦ, ਮਨ ਅੰਤਰ ਕੀ ਉਤਰੇ ਚਿੰਤ। और तीसरे पातशाह बाणी में सन पुकार पुकार के कह रहे हैं ये श्रवणो मेरू साचै सुनने नो पठाए, शरीर लाए सुनो सत बाणी, तित सुनी मन तन हरिया हुआ रसना रस समाई। कहते ये जीभ जड़ी निंदिया चुगली दे माड़े रसां विच उलझी हुई है, जड़ी स्वादले पदार्थां नूं खाण विच ओछे रसां विच उलझी हुई है, ਜਿਹੜੀ ਲੋਕਾਂ ਨੂੰ ਬੋਲ ਕਬੋਲ ਕਰਕੇ ਆਪਣੀ ਹਉਮੈ ਦਾ ਪ੍ਰਗਟਾਵਾ ਕਰਨ ਚ ਰੁੱਝੀ ਹੋਈ ਹੈ। ਕਹਿੰਦੇ ਇਹ ਛੱਡ ਦੇਵੇਗੀ ਤੇ ਉਹਦੇ ਸਿਫਤ ਸਲਾਹ ਦੇ ਰਸ ਵਿੱਚ ਭਿੱਜ ਜਾਵੇਗੀ ਜੇ ਤੂੰ ਸੁਣੇਗਾ ਤਾਂ। ਗੁਰ ਉਪਦੇਸ਼ ਸੁਣਿਓ ਨਹਿ ਕਾਨਨ, ਕੰਨਾਂ ਨਾਲ ਸੁਣ ਲੈਣ ਦਾ ਭਾਵ ਹੈ ਕਿ ਜੇ ਮੰਨ ਲਏ। ਆਪਾਂ ਕਈ ਵਾਰੀ ਬੱਚਿਆਂ ਨੂੰ ਸਕੂਲਾਂ ਵਿੱਚ ਜਾਂਦੇ ਹਾਂ ਕੈਂਪਾਂ ਤੇ, ਮਿਸਾਲ ਦੇ ਇਹਦੀ ਵੀ दादे ने या दादी ने कुछ मंगे है, कोसा पानी लिया बेटा दवाई खानी है, बच्चा कंप्यूटर पे लैपटॉप पे लगा हुआ है, उन्हें चंगा नहीं लग रहा है, मैं छड़ के जाऊंगा। सुन लिया फिजिकली, कन्ना विच आवाज पहुंच गई है, साउंड वेव्स पहुंच गई है, दिमाग ने सुन लिया, एनालाइज कर लिया कि दादा बुला रहे, कोसा पानी मांग रहे हैं, उठिया नहीं, रिएक्ट नहीं किया। दूसरी बारी आवाज मारी फिर नहीं गया, तीसरी बारी खिजिया होया, अनमने मने नाल गया और दिया है पानी उठ के कोसा। ਉਹ ਵੱਧਾ ਰਹਿੰਦੀ ਵਾਲੀ ਗੱਲ ਜਿਹੜਾ ਆਪਾਂ ਆਪਣੇ ਬਚਨ ਸਾਂਝਾ ਕੀਤਾ ਸੀ, ਖੁਸ਼ੀ ਨਾਲ ਨਹੀਂ ਕੀਤਾ। ਸੋ ਫਿਜ਼ੀਕਲੀ ਸੁਣ ਲੈਣਾ ਉਦੋਂ ਤੱਕ ਸੁਣਿਆ ਹੋਇਆ ਨਹੀਂ ਮੰਨਿਆ ਜਾਂਦਾ ਜਦੋਂ ਤੱਕ ਸੁਣੇ ਹੋਏ ਤੇ ਤੁਸੀਂ ਅਮਲ ਨਹੀਂ ਕੀਤਾ। ਸੋ ਮੇਰੇ ਵਰਗਿਆਂ ਦੀ ਪਾਠ ਸੁਣਿਆ, ਕੀਰਤਨ ਸੁਣਿਆ, ਕਥਾ ਸੁਣੀ, ਲੈਕਚਰ ਸੁਣੇ, ਉਦੋਂ ਤੱਕ ਗੁਰੂ ਦੇ ਦਰ ਤੇ ਪ੍ਰਵਾਨ ਨਹੀਂ ਹੋਣਗੇ ਜਦੋਂ ਤੱਕ ਉਹਨਾਂ ਨੂੰ ਵਿਚਾਰ ਕੇ ਮੰਨਾਂਗੇ ਨਹੀਂ। ਉਹਦਾ ਨਤੀਜਾ ਜਿਹੜਾ ਸੁਣੇ ਹੋਏ ਦਾ, ਗਾਏ ਹੋਏ ਦਾ, ਪੜ੍ਹੇ ਹੋਏ ਦਾ ਰਿਜ਼ਲਟੈਂਟ ਦੇ ਰੂਪ ਦੇ ਵਿੱਚ ਚੰਗੇ ਅਮਲਾਂ 'ਚ ਤਬਦੀਲ ਨਹੀਂ ਹੁੰਦਾ ਤਾਂ ਸੁਣਿਆ ਅਪਰਵਾਨ ਹੋਇਆ ਉਹਦੇ ਦਰ ਤੇ। ਗੁਰੂ ਉਪਦੇਸ਼ ਸੁਣਿਓ ਨਹਿ ਕਾਨਨ, ਪਰ ਦਾਰਾ ਲਪਟਾਏ। ਗੁਰੂ ਪਾਤਸ਼ਾਹ ਤਾਂ ਸਾਨੂੰ ਜਿੱਥੋਂ ਬਿਮਾਰੀ ਦਾ ਬੀਜ ਪੈਂਦਾ ਹੈ ਉੱਥੋਂ ਸੁਚੇਤ ਕਰ ਰਹੇ ਨੇ। ਅੱਖੀ ਸੂਤਕ ਵੇਖਣਾ, ਪਰ ਤਰੀਐ ਪਰ ਤਨ ਰੂਪ। ਕਹਿੰਦੇ ਉਹ ਮਲੀਨਤਾ ਹੈ, ਉਹ ਅਪਵਿੱਤਰਤਾ ਹੈ, ਅੱਖਾਂ ਨਾਲ ਕਿਸੇ ਦੇ ਪਰਾਏ ਰੂਪ ਨੂੰ ਮੈੜੀ ਦ੍ਰਿਸ਼ਟੀ ਨਾਲ ਵੇਖਣਾ। ਤੇ ਅੱਗੇ ਜਾ ਕੇ ਮਨੁੱਖ ਤਾਂ ਉਸ ਦੀ ਲਿਮਟ ਅਖੀਰ ਤੱਕ ਪਹੁੰਚ ਗਿਆ। ਸਾਹਿਬ ਬਖਸ਼ਿਸ਼ ਕਰਦੇ ਨੇ, ਦੇਖ ਕੇ ਬਾੜ ਅਨਿਕ ਪਰਦੇ में परदारा संग फाका। ਉਹ ਤਾਂ ਆਪਣੀ ਪਤਨੀ ਤੋਂ ਬਚਾ ਕੇ, ਸਮਾਜ ਤੋਂ ਬਚਾ ਕੇ, ਸੁਸਾਇਟੀ ਤੋਂ ਬਚਾ ਕੇ ਪਰਾਈ ਇਸਤਰੀ ਹੈ, ਪਰਾਏ ਮਰਦ ਨਾਲ ਫਿਜ਼ੀਕਲੀ ਜਿਹੜੇ
ਵਿਚਾਰ ਕਰਦੇ ਨੇ, ਬਦਫੈਲੀ ਕਰਦੇ ਨੇ, ਉਸ ਮਾਲਕ ਤੋਂ ਕਿੱਥੋਂ ਰੁਕਾਵਟ। ਸੋ ਸਾਹਿਬ ਬਖਸ਼ਿਸ਼ ਕਰਨੇ ਤੇ ਗੁਰ ਉਪਦੇਸ਼ ਸੁਣਿਓ ਨਹਿ ਕਾਰਨ। ਗੁਰੂ ਨੇ ਉਪਦੇਸ਼ ਬਖਸ਼ਿਸ਼ ਕੀਤਾ ਸੀ ਕਿ ਦੂਸਰਿਆਂ ਦੇ ਪਰਾਏ ਇਸਤਰੀ ਨੂੰ, ਪਰਾਏ ਧਨ ਨੂੰ ਮੈਲੀ ਦ੍ਰਿਸ਼ਟੀ ਨਾਲ ਨਹੀਂ ਦੇਖਣਾ। ਮਾਣਨ ਦੀ, ਉਸਦੀ ਭੋਗਣ ਦੀ, ਬਦਫੈਲੀ ਕਰਨ ਦੀ ਤਾਂ ਸਿਖਰ ਹੈ। ਜਿੱਥੋਂ ਬਿਮਾਰੀ ਸ਼ੁਰੂ ਹੁੰਦੀ, ਜਿਹਨੂੰ ਆਪਾਂ ਅੰਗਰੇਜ਼ੀ ਚ ਕਹਿੰਦੇ ਨਿਪਟਾਈ ਵੇਲੇ ਦਾ ਪਾਠ, ਕਿ ਜਿੱਥੋਂ ਬਿਮਾਰੀ ਦਾ ਬੀਜ ਪੁੰਗਰਨ ਦੀ ਸੰਭਾਵਨਾ ਹੁੰਦੀ, ਉੱਥੋਂ ਹੀ ਖਤਮ ਕਰ ਦੇਣਾ। ਦੇਖਣਾ ਇਹਦਾ ਮਤਲਬ ਅੱਖਾਂ ਬੰਦ ਕਰਕੇ ਤਾਂ ਨਹੀਂ ਤੁਰਨਾ। ਤੁਰਨਾ ਹੈ ਅੱਖਾਂ ਸਾਹਮਣੇ ਬੇਅੰਤ ਪਰਾਏ ਇਸਤਰੀ ਮਰਦ, ਜਿਹੜੇ ਜਿਨ੍ਹਾਂ ਨੂੰ ਨਿਰੰਕਾਰ ਨੇ ਬੜਾ ਸੁੰਦਰ ਸਰੀਰ ਬਖਸ਼ਿਸ਼ ਕੀਤਾ ਹੈ, ਮਿਲਣਗੇ ਸੰਸਾਰ ਵਿੱਚ। ਉਹਨਾਂ ਨੂੰ ਦੇਖ ਕੇ ਜੇ ਸ਼ੁਕਰਾਨੇ ਦੀ ਭਾਵਨਾ ਆਉਂਦੀ ਹੈ ਕਿ हे ਮਾਲਕ, ਤੇਰੇ ਬੇਅੰਤ ਜੀਵ, ਬੇਅੰਤ ਮੂਰਤਾਂ ਬੜੀਆਂ ਸੁੰਦਰ ਤੁਸੀਂ ਘੜੀਆਂ ਹੋਈਆਂ ਨੇ, ਔਰ ਸਾਰਿਆਂ ਵਿੱਚ ਤੁਸੀਂ ਮੌਜੂਦ ਹੋ। ਜਿਨ੍ਹਾਂ ਨੂੰ ਸੰਸਾਰ ਕੁਰੂਪ ਕਹਿੰਦਾ ਹੈ ਉਹਨਾਂ ਵਿੱਚ ਵੀ, ਜਿਨ੍ਹਾਂ ਨੂੰ ਸੰਸਾਰ ਬਹੁਤ ਸੁੰਦਰ ਕਹਿੰਦਾ ਹੈ ਉਹਨਾਂ ਵਿੱਚ ਵੀ, ਔਰ ਜਿਹੜੇ ਸਧਾਰਨ ਨੇ ਉਹਨਾਂ ਵਿੱਚ ਵੀ। ਜੇ ਦੇਖ ਕੇ ਮਨ ਚ ਇਹ ਸ਼ੁਕਰਾਨੇ ਦੀ ਭਾਵਨਾ ਆਉਂਦੀ ਹੈ, ਸਭੇ ਘਟ ਰਾਮ ਬੋਲੇ, ਰਾਮਾ ਬੋਲੇ ਰਾਮ ਬਿਨਾ ਕੋ ਬੋਲੇ। ਜੇ ਆਪਣੇ ਹਾਣਦੀ ਨੂੰ ਆਪਣੀ ਭੈਣ ਜਾਣ ਕੇ, ਛੋਟੀ ਨੂੰ ਬੱਚੀ ਜਾਣ ਕੇ, ਵੱਡੀ ਨੂੰ ਮਾਤਾ ਜਾਣ ਕੇ ਅੰਦਰ ਆਦਰ ਸਤਿਕਾਰ ਦੀ ਭਾਵਨਾ ਗੁਰੂ ਦੇ ਬਚਨਾਂ ਦੀ ਅਗਵਾਈ ਵਿੱਚ ਉਤਪੰਨ ਹੁੰਦੀ ਹੈ, ਤਾਂ ਉਹ ਦੇਖਿਆ ਪ੍ਰਵਾਨ ਹੈ, ਉਸ ਮਲੀਨਤਾ ਨਹੀਂ ਹੈ। ਜੇ ਉਹਨੂੰ ਮੈਲੀ ਦ੍ਰਿਸ਼ਟੀ ਨਾਲ ਦੇਖ ਕੇ ਮੈਲੇ ਵਿਚਾਰ, ਮੈਲੇ ਫੁਰਨੇ ਉਤਪੰਨ ਹੋਣੇ ਸ਼ੁਰੂ ਹੋ ਜਾਂਦੇ ਨੇ, ਉਹ ਮਲੀਨਤਾ ਗੁਰੂ ਦੇ ਹੁਕਮ ਦੀ ਅਵੱਗੇ ਹੈ। ਉਹ ਇਹ ਅਵਸਥਾ ਹੈ, ਗੁਰੂ ਉਪਦੇਸ਼ ਸੁਣਿਓ ਨਹਿ ਕਾਨਨ। ਗੁਰੂ ਪਾਤਸ਼ਾਹ ਮਨਾ ਕਰ ਰਹੇ ਨੇ ਪਰਾਏ ਰੂਪ ਨੂੰ ਮੈਲੀ ਦ੍ਰਿਸ਼ਟੀ ਨਾਲ ਦੇਖਣ ਨੂੰ। ਮੈਂ ਦੇਖ ਰਿਹਾ, ਮੈਂ ਸੁਣਿਆ ਹੋਇਆ ਰੋਜ਼ ਸੁਣਦਾ, ਆਸਾ ਕੀ ਆਵਾਜ਼ ਰੋਜ਼ ਸੁਣਦਾ, ਅੱਖੀ ਸੂਤਕ ਵੇਖਣਾ ਪਰਤ ਰਿਹਾ ਬਰਤਨ ਰੂਪ ਮੈਂ ਫਿਰ ਵੀ ਦੇਖ ਰਿਹਾ ਮੈਲੀ ਦ੍ਰਿਸ਼ਟੀ ਨਾਲ, ਭਾਵ ਕਿ ਮੈਂ ਉਹ ਗੁਰੂ ਦੇ ਉਪਦੇਸ਼ ਨੂੰ ਨਹੀਂ ਸੁਣਿਆ। ਪਰਦਾਰਾ ਲਪਟਾਇਓ, ਪਰਾਈਆਂ ਇਸਤਰੀਆਂ ਦੇ ਰੂਪ ਨੂੰ ਮੈਲੀ ਦ੍ਰਿਸ਼ਟੀ ਨਾਲ ਨਿਹਾਰਨ ਵਿੱਚ ਮੈਂ ਲਿਪਤ ਰਿਹਾ। ਹੋ ਗਿਆ ਗੁਰੂ ਦੇ ਹੁਕਮ ਦੀ, ਔਰ ਪਾਪ ਹੈ। ਪਰ ਨਿੰਦਾ ਕਾਰਨ ਬਹੁਤ ਧਾਵਤ, ਸਮਝਿਓ ਨਹਿ ਸਮਝਾਇਓ। ਔਰ ਜਿਹੜੇ ਮੇਰੇ, ਜਿਨ੍ਹਾਂ ਨੂੰ ਮੈਂ ਓਪੋਨੈਂਟ ਮੰਨੀ ਬੈਠਾ, ਆਪਣੇ ਵਿਰੋਧੀ ਮੰਨੀ ਬੈਠਾ, ਦੁਸ਼ਮਣ ਮੰਨੀ ਬੈਠਾ, ਉਹਨਾਂ ਦੀਆਂ ਖਾਮੀਆਂ, ਉਹਨਾਂ ਦੇ ਔਗਣ ਲੱਭਣ ਦੀ ਹਮੇਸ਼ਾ ਮਨ ਵਿੱਚ ਲਾਲਸਾ ਰਹਿੰਦੀ। ਔਰ ਜਿੱਥੋਂ ਵੀ ਕਿਤੋਂ ਮਾੜੀ ਜੀ ਕੰਨ ਵਿੱਚ ਸੋ ਪੈ ਜੇ, ਗੱਲ ਪੈ ਜੇ, ਉੱਥੇ ਜਾ ਕੇ ਘੰਟਿਆਂ ਬੱਧੀ ਉਹਨੂੰ ਪੁਰੇਦ ਕੇ, ਉਹਨੂੰ ਹੋਰ ਉਹਦੇ ਬਾਰੇ, ਉਹਦੇ ਔਗਣਾਂ ਬਾਰੇ ਛਾਣਬੀਨ ਕਰਨ ਦੀ ਬਿਰਤੀ ਸੁਭਾਅ ਜਿਹੜਾ ਹੈ, ਕਹਿੰਦੇ ਮੇਰਾ ਇਹਨਾਂ ਦਾ ਸੁਭਾਅ ਹੁੰਦਾ। ਮਤਲਬ ਔਰ ਸਾਹਿਬਾਂ ਨੇ ਇੱਕ ਬਹੁਤ ਹੀ ਅਮੋਲਕ ਵਚਨ ਬਖਸ਼ਿਸ਼ ਕੀਤਾ, ਕਮਾਉਣਾ ਮੈਨੂੰ ਲੱਗਦਾ ਮੇਰੇ ਵਰਗਿਆਂ ਦੀ ਤਾਂ ਬਹੁਤ ਔਖਾ ਹੈ। ਜਬ ਤਾਰੇ ਕੋਈ ਵੈਰੀ ਵੀਤ ਤਬ ਲਗ ਨੇਚਰ ਨਹੀਂ ਸੀ। ਕਹਿੰਦੇ ਜਦੋਂ ਕਿਸੇ ਨੂੰ ਵੈਰੀ ਜਾਂ ਮਿੱਤਰ ਮੰਨ ਕੇ ਕਿਸੇ ਨਾਲ ਫੇਵਰ ਤੇ ਕਿਸੇ ਨਾਲ ਦੁਸ਼ਮਣੀ ਦੀ ਭਾਵਨਾ ਰੱਖਦੇ, ਕਹਿੰਦੇ ਹਲੇ ਮਨ ਟਿਕਿਆ ਨਹੀਂ ਹੋਇਆ। ਜਦੋਂ ਮਨ ਟਿਕਿਆ ਫਿਰ ਤਾਂ ਅਵਸਥਾ ਇਹ ਹੋਏਗੀ, ਸਭ ਕੋ ਮੀਤ ਹਮ ਆਪਨ ਕੀਨਾ, ਹਮ ਸਭਨਾ ਤੇ ਸਾਜਨ। ਉਦੋਂ ਅਵਸਥਾ ਇਹ ਹੋਏਗੀ, ਮੰਦਾ ਕਿਸ ਨੂੰ ਆਖੀਏ ਜਦ ਤਿਸ ਨੂੰ ਕੋਈ ਨਾ ਹੈ। ਇਹ ਅਵਸਥਾ ਸਹਿਜੇ ਸਹਿਜੇ ਬਣਦੀ ਹੈ, ਗੁਰੂ ਦੇ ਸ਼ਬਦ ਨਾਲ ਬਣਦੀ ਹੈ, ਗੁਰੂ ਦੇ ਵਚਨਾਂ ਨੂੰ ਕਮਾਉਣ ਨਾਲ ਬਣਦੀ। ਗੁਰੂ ਸਾਹਿਬ ਨੇ ਭਰੋਸਾ ਦਿੱਤਾ ਹੈ ਕਿ ਇਹਨੂੰ ਅਟੇਨ ਕਰਨਾ ਇੰਪੋਸੀਬਲ ਹੈ, ਔਖਾ ਹੋ ਸਕਦਾ ਹੈ। ਗੁਰੂ ਪਾਤਸ਼ਾਹ ਨੇ ਜਨ ਨਾਨਕ ਕੇ ਕੇਰ ਕਠਿਨ ਹੈ, ਗਿਆਨ ਨਾ ਗਲੀ ਢੂੰਡੀ ਹੈ, ਕਥਨਾ ਕਰੜਾ ਸਾਧੋ। ਕੀਤਾ ਹੈ ਕਿ ਬਾਕੀ ਆਪਾਂ ਸੰਸਾਰ ਵਿੱਚ ਹੋਰ ਕੋਈ ਔਖੇ ਕੰਮ ਨਹੀਂ ਕਰਦੇ, ਬਹੁਤ ਕੰਮ ਔਖੇ ਨੇ। ਸਭ ਤੋਂ ਔਖਾ ਕੰਮ ਤਾਂ ਮੈਨੂੰ ਅੱਜ ਦੀ ਤਰੀਕ 'ਚ ਲੱਗਦਾ ਹੈ ਕਿ ਪੇਰੈਂਟਿੰਗ ਸਭ ਤੋਂ ਟਫ ਜੌਬ ਹੈ, ਟਫੈਸਟ ਜੌਬ ਹੁੰਦਾ ਲੱਗਦਾ ਮੈਨੂੰ। ਅੱਜ ਦੇ ਬੱਚਿਆਂ ਦੀ ਠੀਕ ਤਰ੍ਹਾਂ ਪਰਵਰਿਸ਼ ਕਰਨੀ ਬੜਾ ਔਖਾ ਕੰਮ ਹੈ। ਦ੍ਰਿਸ਼ਟੀ ਦਾ ਪਾਲਣ ਕਰਨਾ, ਆਪਣੇ ਰਿਸ਼ਤੇਦਾਰ ਸੰਬੰਧੀਆਂ ਦੇ ਨਾਲ ਰਿਸ਼ਤੇਦਾਰ ਮੇਨਟੇਨ ਕਰਕੇ ਰੱਖਣੇ ਸਾਵੇਂ ਔਖਾ ਕੰਮ ਹੈ। ਸੰਸਾਰ ਵਿੱਚ ਵਿਚਰਨਾ ਵੀ ਔਖਾ ਹੀ ਕੰਮ ਹੈ। ਸਾਹਿਬਾਂ ਨੇ ਕਿਹਾ ਮਾਣਕ ਵਚਨ ਬਖਸ਼ਿਸ਼ ਕੀਤਾ, ਬਾਬਾ ਵੇਖ ਦੇਖਿਆ ਸੰਸਾਰ ਰੱਖਿਆ ਕਰੋ ਸਾਈਂ ਮੇਰੇ, ਮੈਂ ਨਾਮ ਤੇਰਾ ਖਾਦਾ। ਉਹਦੇ ਨਾਮ ਦੀ ਟੇਕ ਤੋਂ ਬਿਨਾਂ, ਉਹਦੇ ਵਚਨਾਂ ਦੀ ਟੇਕ ਤੋਂ ਬਿਨਾਂ, ਉਹਦੇ ਉਪਦੇਸ਼ ਦੀ ਟੇਕ ਤੋਂ ਬਿਨਾਂ ਤਾਂ ਇੱਕ ਕਦਮ ਨਹੀਂ ਤੁਰ ਸਕਦੇ ਸੰਸਾਰ 'ਚ। ਪੈਰ ਪੈਰ ਤੇ ਔਕੜਾਂ ਨੇ, ਮੁਸ਼ਕਿਲਾਂ ਨੇ। ਸੋ ਸਾਹਿਬਾਂ ਨੇ ਸਾਨੂੰ ਸਮਝਾ ਦਿੱਤਾ ਕਿ ਪਰਾਏ ਦੋਖ, ਪਰਾਏ ਛਿਦਰ ਵੀ ਸਾਹਿਬਾਂ ਨੇ ਕਿਹਾ ਨਹੀਂ ਤੱਕਣੀ, ਆਦਤ ਨਹੀਂ ਕਰਨੀ, ਇਹੋ ਜਿਹਾ ਸੁਭਾਅ ਨਹੀਂ ਬਣਾਉਣਾ। ਔਰ ਨਿਰਣਾ ਬਖਸ਼ਿਸ਼ ਕਰ ਦਿੱਤਾ ਸਾਹਿਬਾਂ ਨੇ, ਨਿੰਦਾ ਭਲੀ ਕਿਸੇ ਕੀ ਨਾਹੀ, ਮਨ ਮੁਗਧ ਕਰੇ।
ਕਹਿੰਦੇ ਜਿਹੜੇ ਮਨ ਦੇ ਪਿੱਛੇ ਤੁਰਨ ਵਾਲੇ ਨੇ, ਮੁਗਧ ਹੁੰਦਾ, ਮੂਰਖ ਨੇ, ਪਾਗਲ ਨੇ, ਕਮਲੇ ਨੇ, ਕਹਿੰਦੇ ਉਹ ਕਰਦੇ ਨੇ, ਕਿਸੇ ਦੀ ਨਹੀਂ ਭਲੀ ਨਿੰਦਾ, ਕਿਸੇ ਦੀ ਨਹੀਂ ਕਰਨੀ। ਔਰ ਸਾਹਿਬਾਂ ਨੇ ਇੱਕ ਬੜੀ ਪਿਆਰੀ ਜੁਗਤ ਬਖਸ਼ਿਸ਼ ਕੀਤੀ ਹੈ, ਸਾਂਝ ਕਰੀਜੈ ਗੁਣਾ ਘੇਰੀ ਛੋੜ ਅਵਗੁਣ ਚੱਲੀਏ। ਸਿਆਣੇ ਆਖਦੇ ਨੇ ਕਿ ਦੁਸ਼ਮਣ ਵਿੱਚ ਵੀ ਜਿਹੜਾ ਤੁਹਾਨੂੰ ਦੁਸ਼ਮਣ ਜਾਣਦਾ ਉਹਦੇ 'ਚ ਕੋਈ ਗੁਣ ਹੈਗਾ ਤਾਂ ਅਪਣਾ ਲਓ, ਜਿਹਨੂੰ ਮਿੱਤਰ ਮੰਨੀ ਬੈਠੋ, ਤੁਹਾਨੂੰ ਮਿੱਤਰ ਮੰਨੀ ਬੈਠੇ, ਉਹਦੇ 'ਚ ਔਗਣ ਨੇ ਤਿਆਗ ਦਿਓ। ਔਰ ਹਰ ਇੱਕ ਵਿੱਚ ਹੁੰਦਾ ਹੈ, ਮਾੜੇ ਤੋਂ ਮਾੜੇ ਬੰਦੇ ਵਿੱਚ ਵੀ ਕੋਈ ਨਾ ਕੋਈ ਗੁਣ ਹੁੰਦਾ ਹੈ। ਆਪਾਂ ਅੰਗਰੇਜ਼ੀ 'ਚ ਪੜ੍ਹਦੇ ਹਾਂ ਇੱਕ ਵਾਰੀ ਕਿ ਬਲੈਕ ਕਲਾਉਡ ਹੈਜ਼ ਅ ਸਿਲਵਰ ਲਾਈਨ, ਮਾੜੇ ਤੋਂ ਮਾੜੇ ਬੰਦੇ ਵਿੱਚ ਵੀ ਕੋਈ ਨਾ ਕੋਈ ਗੁਣ ਹੁੰਦਾ ਹੈ। ਜੇ ਤੁਹਾਡੀ ਬਿਰਤੀ ਗੁਣ ਲੱਭਣ ਵਾਲੀ ਹੋ ਜਾਏਗੀ ਗੁਰੂ ਦੇ ਬਚਨਾਂ ਦੀ ਅਗਵਾਈ ਵਿੱਚ, ਤਾਂ ਜਿਵੇਂ ਸਾਹਿਬਾਂ ਨੇ ਸਾਨੂੰ ਦੱਸਿਆ, ਅਸੀਂ ਸੂਰ ਵਿੱਚ ਵੀ ਗੁਣ ਲੱਭ ਲਾਂਗੇ, ਕੁੱਤੇ ਵਿੱਚ ਵੀ ਲੱਭ ਲਾਂਗੇ, ਅਸੀਂ ਅੱਕ ਦੇ ਟਿੱਡੇ ਵਿੱਚ ਵੀ ਲੱਭ ਲਾਂਗੇ। ਸੂਰ ਨੂੰ ਕਿਹੜਾ ਚੰਗਾ ਆਖਦਾ, ਗੰਦਗੀ ਖਾਂਦਾ, ਲੇਕਿਨ ਸਾਹਿਬ ਬਖਸ਼ਿਸ਼ ਕਰਦੇ ਨੇ, ਆਪਾਂ ਭਗਤ ਬਾਣੀ 'ਚ ਪੜ੍ਹਦੇ ਹਾਂ, ਸਾਕਤ ਤੇ ਸੂਕਰ ਭਲਾ ਆਛਾ ਰਾਖੇ ਗਾਮ। ਕਹਿੰਦੇ ਰੱਬ ਨਾਲੋਂ ਟੁੱਟੇ ਵਿਸ਼ੇ ਵਿਕਾਰਾਂ ਦੇ ਵਿੱਚ ਗਲਤਾਨ ਹੋਏ ਮਨੁੱਖ ਤੋਂ ਕਹਿੰਦੇ ਆ ਸੂਰ ਚੰਗਾ ਹੈ, ਘੱਟੋ ਘੱਟ ਆਪਣੇ ਆਲੇ ਦੁਆਲੇ ਨੂੰ ਗੰਦਗੀ ਖਾ ਕੇ ਸਾਫ਼ ਤਾਂ ਕਰ ਦਿੰਦਾ। ਕੁੱਤੇ ਦੀ ਮਿਸਾਲ ਦਿੱਤੀ ਹੈ, स्वामी को ग्रह ज्यों सदा स्वान तजत नहीं मित, नानक ए विद हर भजो एक मन होए एक चित। ਉਹਦੇ ਔਗਣ ਵੀ ਦੱਸੇ ਨੇ, ਦੋਨਾਂ ਦੇ ਗੁਣ ਵੀ ਦੱਸੇ ਨੇ, ਲੇਕਿਨ ਆਪਾਂ ਗੁਣ ਲੈਣੇ ਆ। ਔਗਣਾਂ ਵਿੱਚ ਕੁੱਤੇ ਨੂੰ ਲੋਭੀ ਕਿਹਾ, ਜਿਉਂ ਕੂਕਰ ਹਰਕਾਇਆ ਧਾਵੇ ਲੈ ਜਿਸ ਗਾਏ। ਕਹਿੰਦੇ ਜਿਹੜਾ ਲੋਭ ਦਾ ਮਾਰਿਆ, ਜਿਵੇਂ ਇੱਥੇ ਕਦੇ ਨੂੰ ਮਾਰ ਲਿਆ ਕਦੇ ਉੱਥੇ ਮਾਰ ਲਿਆ, ਕਹਿੰਦੇ ਏਦਾਂ ਨਹੀਂ ਹੋਣਾ, ਲੋਭੀ ਨਹੀਂ ਬਣਨਾ। ਜਿਹੜਾ ਕੁੱਤੇ ਦਾ ਔਗਣ ਹੈ ਲੋਭ ਵਾਲਾ, ਉਹ ਨਹੀਂ ਬਣਾਉਣਾ। ਜਿਹੜੀ ਉਹਦੀ ਸਵਾਮੀ ਭਗਤੀ ਵਾਲੀ, ਆਪਣੇ ਸਵਾਮੀ ਮਾਲਕ ਦੇ ਪ੍ਰਤੀ ਲਾਇਲਟੀ ਵਾਲਾ ਗੁਣ ਹੈ, ਉਹਨੂੰ ਡੰਡਾ ਮਾਰੇ, ਉਹਨੂੰ ਦੁਤਕਾਰੇ, ਉਹਨੂੰ ਰੁੱਖਾ ਦੇਵੇ, ਸੁੱਖਾ ਦੇਵੇ, ਨਾ ਦੇਵੇ, ਕਹਿੰਦੇ ਉਹਨੂੰ ਘਰ ਤੋਂ ਕੱਢ ਕੇ ਦੇਵੇ, ਫਿਰ ਉੱਥੇ ਆ ਕੇ ਉਹਦੇ ਪੈਰਾਂ 'ਚ ਪੂੰਛ ਛਿਲਾਏਗਾ, ਫਿਰ ਉਹਦੇ ਪੈਰਾਂ 'ਚ ਬੈਠ ਕੇ ਉਹਦੇ ਪੈਰਾਂ ਨੂੰ ਚੱਟੇਗਾ, ਉਹਦਾ ਦਰ ਛੱਡਣਾ ਪਸੰਦ ਨਹੀਂ ਕਰਦਾ। ਕਹਿੰਦੇ ਏਦਾਂ ਦੀ ਪ੍ਰੀਤ ਉਸ ਮਾਲਕ ਨਾਲ, ਉਹਦੇ ਦਰ ਘਰ ਨਾਲ ਪਾਉਣੀ। ਸੁਨਿੰਦਾ ਬਾਰੇ ਸਾਹਿਬ ਨੇ ਸਮਝਾ ਦਿੱਤਾ ਕਿ ਪਰਨਿੰਦਾ ਕਾਰਨ ਬਹੁਤਾ ਹੁੰਦੇ ਭੱਜ ਕੇ ਜਾਣਾ। ਪਤਾ ਲੱਗੇ ਨਾ ਕਿਸੇ ਦੇ ਘਰ ਆ ਮਾੜਾ ਹੋ ਗਿਆ, ਕਿਸੇ ਦੇ ਧੀ ਪੁੱਤ ਨੇ ਆ ਕੁਛ ਮਾੜਾ ਕਰ ਲਿਆ, ਪੱਟ ਜਾ ਕੇ ਉੱਥੋਂ ਸੋ ਲੈਣੀ, ਆਂਢ ਗੁਆਂਢ ਤੋਂ ਇਕੱਠੇ ਹੋ ਕੇ ਕੀ ਹੋਇਆ, ਕਿੱਦਾਂ ਹੋਇਆ, ਕੁਰੇਦ ਕੇ ਆਪਣਾ ਭਾਵੇਂ ਬਹੁਤ ਜ਼ਰੂਰੀ ਕੰਮ ਜਿਹੜਾ ਖਰਾਬ ਹੋ ਰਿਹਾ, ਲੇਕਿਨ ਉੱਥੇ 5 ਮਿੰਟ ਦੀ ਬਜਾਏ ਉੱਥੇ 5 ਘੰਟੇ ਵੀ ਖਰਚ ਕਰਨਾ ਹੈ। ਬਿਰਤੀ ਜਿਹਨਾਂ ਦੀ ਬਣ ਜਾਂਦੀ ਹੈ, ਕਹਿੰਦੇ ਨਹੀਂ ਕਰਨੀ। ਕਹਿੰਦੇ ਮੈਂ ਇੰਨਾ ਕਰਦਾ ਰਿਹਾ, ਪਰ ਨਿੰਦਾ ਕਾਰਨ ਬਹੁਤ ਧਾਵਤ ਸਮਝਿਓ ਮੈਂ ਸਮਝਾਇਆ। ਕਹਿੰਦੇ ਤੁਸੀਂ ਬਹੁਤ ਸਮਝਾਇਆ, ਬਾਣੀ ਸਮਝਾ ਹੀ ਰਹੀ ਨਾ ਰੋਜ਼ ਸਾਨੂੰ। ਸਾਹਿਬਾਂ ਨੇ ਹੁਕਮ ਬਖਸ਼ਿਸ਼ ਕੀਤਾ ਨਾ, ਨਾਨਕ ਉਹ ਕੋਈ ਤਰੀਕਾ ਨਹੀਂ ਸਮਝਾਉਣ ਦਾ। ਕਿਸੇ ਕਥਾਵਾਚਕ ਦੇ ਕਹਿਣ ਤੇ, ਕਿਸੇ ਲੈਕਚਰ ਕਰਨ ਵਾਲੇ ਦੇ ਕਹਿਣ ਤੇ, ਕਿਸੇ ਗ੍ਰੰਥੀ, ਕਿਸੇ ਜਥੇਦਾਰ ਦੇ ਕਹਿਣ ਤੇ ਕहीं ਕੋਈ ਨਹੀਂ ਸਮਝਣਾ। ਮਨ ਇੱਕੋ ਹੀ ਜੁਗਤ ਹੈ, ਨਾਨਕ ਮਨ ਸਮਝਾਈ ਹੈ ਗੁਰ ਕਾ ਸ਼ਬਦ ਸਾਰਾ। ਗੁਰੂ ਦੇ ਬਚਨਾਂ ਨੂੰ ਭੈ ਭਾਵਨੇ ਨਾਲ ਪੜ੍ਹ ਕੇ, ਸੁਣ ਕੇ, ਵਿਚਾਰ ਕੇ, ਉਸ ਤੇ ਭਰੋਸਾ ਕਰਕੇ ਅਪਣਾ ਲੈਣ ਨਾਲ ਹੀ ਮਨ ਸਮਝੇਗਾ। ਔਰ ਗੁਰੂ ਦੇ ਸ਼ਬਦ ਵਿੱਚ ਇਹ ਸਮਰਥ ਹੈ। ਗੁਰੂ ਪਾਤਸ਼ਾਹ ਭਰੋਸਾ ਦਿਵਾਉਂਦੇ ਨੇ, ਈਸ਼ਵਰ ਦਿਵਾਉਂਦੇ ਨੇ, ਸਤਿਗੁਰ ਕੋਟਿਓਂ ਖਰੇ ਕਰੇ ਸ਼ਬਦ ਸਵਾਰ। ਅੱਤ ਦੇ ਖੋਟਿਆਂ ਨੂੰ ਖਰੇ ਕਰਨ ਦੀ ਗੁਰੂ ਦੇ ਵਚਨਾਂ ਵਿੱਚ, ਗੁਰੂ ਦੀ ਬਾਣੀ ਵਿੱਚ, ਗੁਰੂ ਦੇ ਉਪਦੇਸ਼ ਵਿੱਚ ਸਮਰਥ ਹੈ। ਔਰ ਸਾਡੇ ਕੋਲ ਇਤਿਹਾਸ ਵਿੱਚ ਵੀ ਮਿਸਾਲਾਂ ਪਈਆਂ ਨੇ, ਔਰ ਤੁਸੀਂ ਆਪਣੇ ਜੀਵਨ ਵਿੱਚ ਵੀ ਐਸੀਆਂ ਬਹੁਤ ਸਾਰੀਆਂ ਮਿਸਾਲਾਂ ਦੇਖੀਆਂ ਹੋਣਗੀਆਂ। ਦਾਸ ਨੇ ਤਾਂ ਬਹੁਤ ਐਸੇ ਗੁਰਮੁਖ ਪਿਆਰਿਆਂ ਦੇ ਦਰਸ਼ਨ ਕੀਤੇ ਨੇ, ਜਿਨ੍ਹਾਂ ਦੀ ਰੋਜ਼ ਸ਼ਾਮ ਨੂੰ ਬੈਠਕ ਸ਼ਰਾਬ ਦੀ ਹੁੰਦੀ ਸੀ, ਪਰਿਵਾਰ ਦੇ ਨਾਲ, ਬੱਚਿਆਂ ਨਾਲ ਬੈਠ ਕੇ, ਆਪਣੇ ਬਿਜ਼ਨਸ ਜਿਹੜੇ ਨਾਲ ਕਲਾਇੰਟਸ ਹੁੰਦੇ ਸੀ ਉਹਨਾਂ ਨਾਲ ਬੈਠ ਕੇ ਇੱਕ ਬਚਨ ਜਿਵੇਂ ਸਾਹਿਬ ਸਮਝਾਉਂਦੇ ਨੇ, ਬਲਿਹਾਰੀ ਗੁਰ ਆਪਣੇ ਦਿਵਹਾੜੀ ਸਦਵਾਰ ਦਿਨ ਮਾਨਸ ਤੇ ਦੇਵਤੇ ਇਹ ਕਰਤ ਨਾ ਲਾਗੀ ਵਾਰ। ਉਹ ਗੁਰੂ ਦੇ ਬਚਨਾਂ ਦਾ ਤੀਰ ਕੋਈ ਹਿਰਦੇ ਨੂੰ ਵਿੰਧ ਗਿਆ, ਸਾਰਾ ਕੁਝ ਛੱਡ ਦਿੱਤਾ। ਛੱਡਣ ਤੋਂ ਬਾਅਦ ਜਿਹੜੇ ਉਸ ਇਹੋ ਜਿਹੇ ਕੰਮਾਂ ਵਿੱਚ, ਮਾੜੇ ਕੰਮਾਂ 'ਚ ਲਿਪਤ ਸੀ, ਉਹਨਾਂ ਨੂੰ ਸਮਝਾਉਣ ਦੀ ਸੇਵਾ ਦੀ ਗੁਰੂ ਦੀ ਬਖਸ਼ਿਸ਼ ਨਾਲ ਲੈ, ਔਰ ਉਹ ਘਰ ਦੇ ਜੰਜਾਲ ਤਿਆਗ ਕੇ ਸਾਰੀ ਉਮਰ ਬਹੁਤ ਸਾਰੇ ਜੀਵਾਂ ਨੂੰ ਗੁਰੂ ਦੇ ਸ਼ਬਦ ਨਾਲ, ਗੁਰੂ ਦੇ ਸ਼ਬਦ ਦੀ ਵਿਚਾਰ ਨਾਲ, ਸਹਿਜ ਪਾਠ ਨਾਲ ਜੋੜਨ ਦੀ ਸੇਵਾ ਕਰਦੇ ਰਹੇ। ਵੀਰ ਜੀ ਜਾਣਦੇ ਨੇ, ਵੀਰ ਜੀ ਕੁਲਵੰਤ ਸਿੰਘ ਜੀ ਰਜਿੰਦਰ ਨਗਰ ਹੁੰਦੇ ਸੀ, ਸਾਡੇ ਬਖਸ਼ ਸਿੰਘ ਜੀ ਸਾਡੇ ਮੰਦਿਰ ਨਗਰ ਰਹਿੰਦਾ ਸੀ, ਉੱਥੇ ਲਾਗੇ ਉਹਨਾਂ ਦੀ ਫੈਕਟਰੀ ਸੀ। ਲੇਕਿਨ ਜਦੋਂ
ਆ ਚੋਟ ਗੁਰੂ ਦੇ ਸ਼ਬਦ ਦੀ ਲੱਗ ਗਈ, ਮੁੰਡਿਆਂ ਨੂੰ ਬੱਚਿਆਂ ਨੂੰ ਕਹਿੰਦਾ ਵੀ ਸੰਭਾਲੋ ਆਪਣਾ ਬਿਜ਼ਨਸ, ਮੈਨੂੰ ਨਹੀਂ ਚਾਹੀਦਾ, ਮੈਨੂੰ ਤੁਹਾਡੀ ਗੱਡੀ ਵੀ ਨਹੀਂ ਚਾਹੀਦੀ, ਡਰਾਈਵਰ ਉਹ ਕਹਿੰਦੇ ਹੁੰਦੇ ਸੀ ਜਿਹੜੀ ਗੱਡੀ ਖੜੀ ਲੈ ਆਪਣੇ ਸਕੂਟਰ ਤੇ ਇਨਵੈਸਪਾ ਤੇ ਟੁੱਟੇ ਗਏ ਤੇ ਕਈ ਵਾਰੀ ਐਕਸੀਡੈਂਟ ਵੀ ਹੋਇਆ, ਸੱਟਾਂ ਵੀ ਲੱਗੀਆਂ, ਲੇਕਿਨ ਉਹ ਸਿਰ ਨਹੀਂ ਛੱਡਿਆ। ਬੇਅੰਤ ਬੀਬੀਆਂ ਨੂੰ ਸਾਡੇ ਦੇਵਨਗਰ ਦੇ ਆਸ-ਪਾਸ ਉਹਨਾਂ ਨੇ ਬਾਣੀ ਨਾਲ ਜੋੜਿਆ, ਸਹਿਜ ਪਾਠ ਨਾਲ ਜੋੜਿਆ, ਉਹਦੀ ਵਿਚਾਰ ਨਾਲ ਜੋੜਿਆ, ਔਰ ਆਖਰੀ ਸਵਾਸ ਤੱਕ ਇਹ ਸੇਵਾ ਤਨ ਮਨ ਧਨ ਨਾਲ ਦੇ ਹੁੰਦੇ। ਹੋਰ ਇੱਕ ਸਿੰਘ ਸਾਹਿਬ ਹੁੰਦੇ ਸੀ ਜਿਹੜੇ ਪੁਲਿਸ ਦੇ ਵਿੱਚ ਸੀ, ਪੁਲਿਸ ਹੈਡਕੁਆਰਟਰ 'ਚ। ਉਦੋਂ ਭਾਈ ਜੋਗਾ ਸਿੰਘ ਸਕੂਲ ਈਸਟ ਨਗਰ ਕਲਾਸਿਸ ਲੱਗਦੀਆਂ ਹੁੰਦੀਆਂ ਸੀ, ਉੱਥੇ ਆਉਂਦੇ ਸੀ, ਇੱਕ ਕਲਾਸ ਦਾ ਇੱਕ ਅੱਖਰ ਡਾਇਰੀ 'ਚ ਨੋਟ ਕਰਦੇ ਹੁੰਦੇ ਸੀ। ਹੁਣ ਇੰਨੀ ਲਗਨ ਲੱਗੀ, ਤੁਸੀਂ ਇਮੇਜਿਨ ਨਹੀਂ ਕਰ ਸਕਦੇ ਕਿ ਪੁਲਿਸ ਹੈਡਕੁਆਰਟਰ ਵਿੱਚ ਆਪਣੇ ਨੌਨ ਸਿੱਖ ਕੁਲੀਗਸ ਨੂੰ ਲੰਚ ਟਾਈਮ ਫਟਾਫਟ 10-15 ਮਿੰਟ 'ਚ ਖਾਣਾ ਖਾਦਾ, ਬਾਕੀ 15 ਮਿੰਟ ਅੱਧੇ ਘੰਟੇ ਜਿਹੜਾ ਹੈਗਾ ਉਹ ਗੁਰਬਾਣੀ ਦੀ ਵਿਚਾਰ ਨਾਲ ਉੱਥੇ ਕਲਾਸ, ਪੁਲਿਸ ਹੈਡਕੁਆਰਟਰ 'ਚ ਕਲਾਸ ਲਗਾ ਲੈਂਦੇ ਸੀ। ਜਦੋਂ ਤੁਸੀਂ ਉਸ ਮਾਲਕ ਨਾਲ ਜੁੜਦੇ ਹੋ, ਉਹਦੇ ਬਚਨਾਂ ਨਾਲ ਜੁੜਦੇ ਹੋ, ਜਿਹੜੀਆਂ ਬਰਕਤਾਂ, ਬਖਸ਼ਿਸ਼ਾਂ, ਰਹਿਮਤਾਂ ਤੁਹਾਡੇ ਤੇ ਵਰਤਦੀਆਂ ਨੇ, ਇਹ ਅਨੁਭਵ ਕਰ ਸਕਦੇ ਹੋ ਤੁਸੀਂ। ਜ਼ੁਬਾਨ ਨਾਲ ਕਹਿਆ ਕੋਈ ਮੰਨਦਾ ਵੀ ਨਹੀਂ, ਕੋਈ ਸੁਣਦਾ ਵੀ ਨਹੀਂ, ਨਾ ਬਿਆਨ ਕੀਤੀਆਂ ਜਾ ਸਕਦੀਆਂ ਨੇ। ਸੋ ਲੇਕਿਨ ਮਨ ਜਿਹੜਾ ਹੈ ਉਹ ਸਮਝੇਗਾ ਕੇਵਲ ਤੇ ਕੇਵਲ ਗੁਰੂ ਦੇ ਬਚਨਾਂ ਨਾਲ ਪ੍ਰੀਤ ਕਰਕੇ, ਉਹਨਾਂ ਤੇ ਭਰੋਸਾ ਕਰਕੇ। ਨਾਨਕ ਮਨ ਸਮਝਾਈਏ ਗੁਰ ਕੈ ਸ਼ਬਦ ਸਾਲਾ, ਰਾਮ ਨਾਮ ਰੰਗ ਰਤਿਆ, ਭਾਰ ਨਾ ਪਰਮ ਤਨ ਤਿਨਾ, ਹਰ ਜਪ ਲਾਹ ਅਗਲਾ, ਲਾਹ ਮੀਨਸ ਪ੍ਰੋਫਿਟ। ਕਹਿੰਦੇ ਜਦੋਂ ਹਰੀ ਨੂੰ ਜਪੋਗੇ ਨਾ, ਕਹਿੰਦੇ ਇਹਨਾਂ ਤੁਹਾਨੂੰ ਗੁਣ ਮਿਲਣੇ ਨੇ, ਇੰਨੀਆਂ ਬਖਸ਼ਿਸ਼ਾਂ ਮਿਲਣੀਆਂ ਨੇ। ਅਗਲਾ ਹੁੰਦਾ ਬੇਅੰਤ, ਬਹੁਤ ਸਾਰਾ ਢੇਰ। ਹਰ ਜਪ ਲਾਹ ਅਗਲਾ, ਨਿਰਭਉ ਹਰ ਮਨ ਮਾਨ। ਮੈਨੂੰ ਨਿਰਭਉ ਨਿਰੰਕਾਰ ਤੁਹਾਡੇ ਹਿਰਦੇ ਰੂਪੀ ਘਰ ਵਿੱਚ ਵਸ ਜਾਏਗਾ। ਹੋਰ ਕੀ ਚਾਹੀਦਾ, ਇਸ ਤੋਂ ਵੱਡੀ ਹੋਰ ਕੀ ਪ੍ਰਾਪਤੀ ਚਾਹੀਦੀ ਹੈ ਕਿ ਮਾਲਕ ਘਰ ਵਿੱਚ ਵਸ ਜਾਵੇ, ਹਿਰਦੇ ਵਿੱਚ ਟਿਕ ਜਾਵੇ ਉਹਦੀ ਯਾਦ। ਕਹਿੰਦੇ ਮੈਂ ਕੀਤਾ ਨਹੀਂ, ਪਰ ਨਿੰਦਾ ਕਾਰਨ ਬਹੁਤਾਵਤ ਸਮਝੋ ਮੈਂ ਸਮਝਾਇਆ। ਕਹਿੰਦੇ ਤੁਸੀਂ ਸਮਝਾਉਂਦੇ ਰਹੇ, ਸੁਣਦਾ ਰਿਹਾ, ਰੋਜ਼ ਗੁਰੂ ਦਾ ਉਪਦੇਸ਼ ਕਰਨਾ ਨਾ ਮੰਨਿਆ ਕੋਈ ਨਹੀਂ। ਔਰ ਜਿਹੜੇ ਕੰਮਾਂ ਤੋਂ ਵਰਜਦੇ ਸੀ ਉਹ ਕੰਮ ਮੈਂ ਕੀਤੇ। ਕਹਾਂ ਕਹੋ ਮੈਂ ਆਪਣੀ ਕਰਨੀ, ਜਿਹੇ ਵਿਦ ਜਨਮ ਗਵਾਏ। ਕਹਿੰਦੇ ਮੈਂ ਆਪਣੀ ਕਰਨੀ ਕਰਤੂਤ ਕੀ ਦੱਸਾਂ, ਤੁਹਾਡੇ ਤੋਂ ਲੁਕਿਆ ਕੁਛ ਨਹੀਂ। ਕਹਿੰਦੇ ਕਿਸ ਢੰਗਾਂ ਨਾਲ ਤੁਹਾਡੇ ਬਚਨਾਂ ਦੀ ਉਲੰਘਣਾ ਕਰਕੇ, ਅਣਸੁਣੇ ਕਰਕੇ, ਸੁਣੇ ਮੰਨੇ ਨਹੀਂ, ਮੈਂ ਆਪਣਾ ਅਮੋਲਕ ਜਨਮ ਸੀ ਉਹ ਗਵਾ ਲਿਆ। ਚਲੇ ਜੁਆਰੀ ਦੋਏ ਹੱਥ ਝਾੜ, ਜਿਵੇਂ ਜੁਆਰੀ ਆਪਣੀ ਸਾਰੀ ਅਮੋਲਕ ਪੂੰਜੀ ਜਿਹੜੀ ਹੈ ਉਹ ਜੂਏ ਵਿੱਚ ਹਾਰ ਕੇ, ਸ਼ਰਮਿੰਦਾ ਹੋ ਕੇ, ਨਿਰਾਸ਼ਤਾ ਦੀ ਖੱਡ ਵਿੱਚ ਡਿੱਗਾ ਹੋਇਆ ਸਿਰ ਨੀਵਾਂ ਕਰਕੇ ਤੁਰ ਜਾਂਦਾ। ਕਹਿੰਦੇ ਬਿਲਕੁਲ ਤੁਸੀਂ ਕੂਕ ਕੇ ਪੁਕਾਰ ਪੁਕਾਰ ਕੇ ਕਹਿੰਦੇ ਰਹੇ, ਸਾਧੋ ਗੋਬਿੰਦ ਕੇ ਗੁਣ ਗਾਵੋ, ਮਾਨਸ ਜਨਮ ਅਮੋਲਕ ਪਾਇਓ, ਬਿਰਥਾ ਕਾਹੇ ਗਵਾਵੋ। ਤੁਸੀਂ ਕੂਕ ਕੇ ਪੁਕਾਰ ਕੇ ਸਮਝਾਉਂਦੇ ਰਹੇ ਜਨਮ ਅਮੋਲਕ ਹੈ, ਭਾਈ ਐਵੇਂ ਵੇਸ਼ ਨਾ ਕਰ, ਕਬੀਰ ਮਾਨਸ ਜਨਮ ਦੁਲੰਭ ਹੈ, ਹੋਏ ਨਾ ਬਾਰੰਬਾਰ, ਜੋ ਬਨ ਫਲ ਪਾਕੇ ਹੋਏ ਗਰੇ ਨਾ ਲਾ। ਜਿਵੇਂ ਪੱਕਿਆ ਹੋਇਆ ਫਲ ਇੱਕ ਵਾਰੀ ਡਾਲੀ ਨਾਲ ਟੁੱਟ ਜਾਏ, ਉਸ ਅਵਸਥਾ ਵਿੱਚ ਦੁਬਾਰਾ ਉੱਥੇ ਰਿਸਟੋਰ ਨਹੀਂ ਹੋ ਸਕਦਾ। ਬੇਅੰਤ ਢੰਗਾਂ ਨਾਲ ਤੁਸੀਂ ਸਮਝਾਇਆ, ਬੜੀਆਂ ਵਿਧੀਆਂ ਨਾਲ, ਜੁਗਤਾਂ ਨਾਲ, ਬੜੇ ਪਿਆਰ ਨਾਲ ਮੁਖਾਤਿਬ ਹੋ ਕੇ, ਭਾਈ ਰੇ ਰਾਮ ਕਹੋ ਚਿਤ ਲਾਏ, ਹਰ ਜਸ ਵਖਰ ਲੈ ਚਲੋ, ਸੋ ਦੇਖੇ ਪਤੀ ਆਏ। ਬੜੇ ਢੰਗਾਂ ਨਾਲ ਸਮਝਾਇਆ, ਮੈंने ਸਮਝਿਆ ਨਹੀਂ ਮਨ। ਕਹਾਂ ਕਹੋ ਮੈਂ ਆਪਣੀ ਕਰਨੀ, ਕਹਿੰਦੇ ਮੈਂ ਕਿਵੇਂ ਆਪਣੇ ਮਾੜੇ ਕੰਮਾਂ ਦਾ ਲੇਖਾ ਜੋਖਾ ਚਿੱਠਾ ਤੁਹਾਡੇ ਸਾਹਮਣੇ ਖੋਲਾਂ, ਤੁਸੀਂ ਸਾਰੇ ਜਾਣਦੇ ਹੋ, ਤੁਹਾਡੇ ਤੋਂ ਲੁਕਿਆ ਕੁਛ ਨਹੀਂ ਹੈ। ਜਿਹੇ ਵਿਦ ਜਨਮ ਗਵਾਏ, ਜਿਸ ਢੰਗ ਨਾਲ ਮੈਂ ਇਹ ਅਮੋਲਕ ਜਨਮ ਸੀ ਜਿਹੜਾ, ਕੌਡੀ ਬਦਲੇ ਤਿਆਗੇ ਰਤਨ ਛੋੜ ਜਾਏ ਤਾਹੂ ਕਾ ਜਤਨ, ਕੌਡੀਆਂ ਇਕੱਠੀਆਂ ਕਰਨ ਵਿੱਚ ਗਵਾ ਦਿੱਤਾ। ਤੁਹਾਡੇ ਨਾਮ ਰੂਪੀ, ਤੁਹਾਡੇ ਉਪਦੇਸ਼ ਰੂਪੀ ਹੀਰੇ ਮੋਤੀ ਜਵਾਹਰਾਤ ਰਤਨ ਜਿਹੜੇ ਸੀ ਇਕੱਠੇ ਨਹੀਂ ਕੀਤੇ। ਸਾਹਿਬਾਂ ਬਖਸ਼ਿਸ਼ ਕਰਦੇ ਨੇ, ਆਪਾਂ ਰੋਜ਼ ਪੜ੍ਹਦੇ ਹਾਂ ਬੜੀ ਵਾਰੀ, ਲਾਲ ਜਵੇ ਘਰ ਭਰੇ ਭੰਡਾਰ, ਟੂਟ ਨਾ ਆਵੇ ਜਪ ਨਿਰੰਕਾਰ, ਰਤਨਾ ਰਤਨ ਪਦਾਰਥ ਬਹੁ ਸਾਗਰ ਭਰਿਆ ਰਾਮ, ਬਾਣੀ ਗੁਰਬਾਣੀ ਲਾਗੇ ਜਿਨ ਹੱਥ ਚੜਿਆ। ਕਹਿੰਦੇ ਸਾਗਰ ਰਤਨਾ ਨਾਲ ਭਰਿਆ ਪਿਆ ਹੈ, ਗੁਰ ਸਾਗਰ ਰਤਨੀ ਭਰਪੂਰ ਹੈ, ਅੰਮ੍ਰਿਤ ਸੰਤ ਚੁਗੇ ਨਹੀਂ ਦੂਰ ਹੈ। ਕਹਿੰਦੇ ਜਿਹੜੇ ਹੰਸਾਂ ਵਾਲੀ ਬਿਰਤੀ ਦੇ ਬਣ ਗਏ ਨਾ ਗੁਰੂ ਦੇ ਉਪਦੇਸ਼ ਰਾਹੀਂ ਸਤਸੰਗ ਉੱਤੇ ਜਾ ਕੇ, ਉਹ ਹੀਰੇ ਮੋਤੀ ਚੁਗਦੇ ਨੇ, ਨਿਤਾਪਤੀ ਚੁਗਦੇ ਨੇ। ਉਹ ਖਜ਼ਾਨਾ ਪਿਆ ਜਿਹੜਾ ਮੁਕਦਾ ਨਹੀਂ ਕਰੇ। ਤੇ ਜਿਹੜੇ ਮੇਰੇ ਵਰਗੇ ਨੇ, ਲਿਬਾਸ ਬਾਹਰੋਂ ਹੰਸਾਂ ਵਰਗਾ ਹੈ, ਕਰਤੂਤ ਜਿਹੜੀ ਹੈ ਕਰਤੂਤ ਪਸ਼ੂ ਕੀ ਮਾਨਸ ਜਾਤ, ਲੋਕ ਵਿਚਾਰਾ ਕਰੇ ਦਿਨ ਰਾਤ।
ਉਹ ਬਿਰਤੀ ਬਗਲਿਆਂ ਵਾਲੀ ਹੈ, ਪਹਿਰਾਵਾ ਹੰਸਾਂ ਵਾਲਾ, ਉਹ ਡੱਡੂ ਮੱਛੀਆਂ ਹੀ ਖਾਂਦੇ ਨੇ। ਸੋ ਕਿਵੇਂ ਮੈਂ ਕਹਿੰਦੇ ਆਪਣੀ ਔਗਣਾ ਭਰੀ ਜੀਵਨ ਦੀ ਗਾਥਾ ਨੂੰ, ਕਰਨੀ ਮੈਲ ਕਰਨੀ ਕਰਤੂਤ ਨੂੰ ਬਿਆਨ ਕਰਾਂ ਕਿ ਕਿਵੇਂ ਮੈਂ ਆਪਣਾ ਜਨਮ ਗਵਾਇਆ, ਤੁਹਾਡੇ ਕੋਲੋਂ ਕੁਛ ਲੁਕਿਆ ਨਹੀਂ। ਕਹਿੰਦੇ ਹੁਣ ਜੇ ਮੈਂ ਆਪਣੀ ਹਾਲਤ ਜੋ ਤੁਸੀਂ ਜਾਣਦੇ ਹੋ ਦੱਸਾਂ, ਕਹਿੰਦੇ ਕਿਹੜਾ ਔਗਣ ਜਿਹੜਾ ਮੇਰੇ ਵਿੱਚ ਨਹੀਂ ਹੈਗਾ। ਕਹਿ ਨਾਨਕ ਸਭ ਔਗਣ ਮੋਹ ਮਹਿ ਲਾਖ ਲਿਹੂ ਸ਼ਰਨ ਆਏ। ਕਹਿੰਦੇ ਜੇ ਮੈਂ ਆਪਣੇ ਕੀਤੇ ਹੋਏ ਕੰਮਾਂ ਦੇ ਲੇਖੇ ਜੋਖੇ ਦੇ ਹਿਸਾਬ ਨਾਲ ਤੁਹਾਡੇ ਕੋਲ ਫੇਵਰ ਮੰਗਾ ਤਾਂ ਮੈਨੂੰ ਸਜ਼ਾ ਹੀ ਬਣਦੀ ਹੈ। ਫੇਵਰ ਇੱਕ ਪੈਸੇ ਦੀ ਨਹੀਂ ਬਣਦੀ, ਇੱਕ ਵੀ ਨਹੀਂ ਬਣਦੀ। ਲੇਕਿਨ ਤੁਹਾਡੀ ਸ਼ਰਨ ਵਿੱਚ ਆਇਆ ਔਰ ਤੁਹਾਡਾ ਸੁਭਾਅ ਹੈ ਜੋ ਸ਼ਰਨ ਆਵੇ ਤਿਸ ਕੰਠ ਲਾਵੇ, ਇਹ ਬਿਰਧ ਸੁਆਮੀ ਸੰਗਾ। ਤੁਹਾਡਾ ਸੁਭਾਅ ਹੈ ਬਖਸ਼ਿੰਦਗੀ ਵਾਲਾ, ਜਿਸ ਨੀਚ ਕੋ ਕੋਏ ਨਾ ਜਾਣੇ, ਨਾਮ ਜਪਤੋ ਚੌਪੁੰਟ ਮਾਰੇ। ਤੁਸੀਂ ਜਿਹੜਾ ਢਹਿ ਪੈਂਦਾ ਹੈ ਦਰ ਤੇ ਆਪਣੇ ਕੀਤੇ ਹੋਏ ਮਾੜੇ ਕੰਮਾਂ ਦੀ, ਗਲਤੀਆਂ ਦੀ, ਭੁੱਲਾਂ ਦੀ ਯਾਚਨਾ ਕਰਦਾ ਹੈ, ਪਛਤਾਵਾ ਕਰਦਾ ਹੈ ਦਿਲ ਕਰਕੇ, ਤੁਸੀਂ ਬਖਸ਼ ਦਿੰਦੇ ਹੋ। ਤੁਹਾਡਾ ਸੁਭਾਅ ਹੈ ਬਖਸ਼ਿੰਦਗੀ ਵਾਲਾ। ਲੇਕਿਨ ਜੇ ਮੈਂ ਆਪਣੀ ਕਰਨੀ ਬਿਆਨ ਕਰਾਂ ਤੇ ਕਹਿੰਦੇ ਮੇਰੀ ਕਰਨੀ ਕਿੱਦਾਂ ਦੀ ਹੈ। ਤੈ ਨਰ ਕਿਆ ਪੁਰਾਣ ਸੁਣ ਕੀਨਾ, ਅਨ ਪਾਵਨੀ ਭਗਤ ਨਹੀਂ ਉਪਜੀ, ਭੂਖੇ ਦਾਨ ਨਾ ਦੀਨਾ। ਕਹਿੰਦੇ ਮੈਂ ਧਰਮ ਦੇ ਗ੍ਰੰਥਾਂ ਨੂੰ ਸੁਣ ਕੇ ਵੀ ਬਚਨ ਕੋਈ ਨਹੀਂ ਮੰਨੇ। ਕਹਿੰਦੇ ਉਹ ਜਿਹੜੀ ਉਸ ਮਾਲਿਕ ਦੀ ਸਦਾ ਸੁਖ ਦੇਣ ਵਾਲੀ, ਸਦਾ ਕਾਇਮ ਰਹਿਣ ਵਾਲੀ ਨਿਰਮਲ ਭਗਤੀ ਸੀ, ਕਹਿੰਦੇ ਉਹ ਕੀਤੀ ਨਹੀਂ, ਉਪਜੀ ਨਹੀਂ ਮੇਰੇ ਮਨ ਵਿੱਚ। ਤੇ ਕਦੇ ਮੈਂ ਕਿਸੇ ਲੋੜਵੰਦ ਨਾਲ ਆਪਣੀ ਕਿਰਤ ਕਮਾਈ ਦੇ ਵਿੱਚੋਂ ਕੁਝ ਵੰਡ ਕੇ ਛਕਿਆ ਨਹੀਂ। ਸਹਿਮਾਂ ਨੇ ਆ ਵੀ ਇੱਕ ਜੋ ਦੱਸਿਆ ਵੀ ਇੱਕ ਪ੍ਰੀਤ ਦੇ ਦੇਖੋ, ਜੇ ਆਪਾਂ ਕਦੇ ਸਮਾਂ ਕਰੀਏ ਨਾ ਬੈਠ ਕੇ ਗੁਰੂ ਦੇ ਬਚਨਾਂ ਨੂੰ ਬਾਣੀ ਚ ਪੜ੍ਹਦੇ ਹਾਂ ਤਾਂ ਸਾਨੂੰ ਚਾਹੀਦਾ ਕਿ ਚੋਣਵੇਂ ਉਪਦੇਸ਼ ਉਹਨਾਂ ਨੂੰ ਅਸੀਂ ਅਗਰ ਕਿਤੇ ਨੋਟ ਕਰ ਲਈਏ ਵਿਚਾਰਾਂ ਸਮੇਤ, ਕਦੇ ਕਦੇ ਜਦੋਂ ਖਾਲੀ ਬੈਠੇ ਹੋਈਏ ਪੜ੍ਹ ਲਈਏ ਤਾਂ ਕਿ ਮਨ ਜਿਹੜਾ ਹੈ ਉਹ ਭੁੱਲੇ ਨਾ, ਜਿਵੇਂ ਆਪਾਂ ਕਹਿੰਦੇ ਰਿਫਰੈਸ਼ ਕਰ ਲਈਏ ਪੜ੍ਹਿਆ ਸੁਣਿਆ। ਸਾਹਿਬਾਂ ਨੇ ਇੱਕ ਬੜੀ ਪਿਆਰੀ ਜੁਗਤ ਬਖਸ਼ਿਸ਼ ਕੀਤੀ ਹੈ, ਘਾਲ ਖਾਏ ਕਿਛ ਹੱਥੋਂ ਦੇ, ਨਾਨਕ ਰਾਹ ਪਛਾਣੇ ਸੀ। ਕਿ ਜੇ ਘਾਲ ਮੁਸ਼ੱਕਤ ਓਨੈਸਟ ਮੀਨਸ ਨਾਲ ਅਰਨਿੰਗ ਦੇ ਵਿੱਚੋਂ ਜੇ ਲੋੜਵੰਦਾਂ ਨਾਲ ਸ਼ੇਅਰ ਕਰਨਾ ਉਸ ਬਾਪੂ ਦੀ ਦਾਤ ਜਾਣ ਕੇ, ਕਹਿੰਦੇ ਤਾਂ ਤੁਹਾਨੂੰ ਸਮਝ ਆਏਗੀ ਕਿ ਧਰਮ ਦੇ ਰਾਹ ਤੇ ਤੁਰਨਾ ਕਿਵੇਂ, ਧਰਮ ਦਾ ਰਾਹ ਹੁੰਦਾ ਕੀ ਹੈ। ਔਰ ਇਹ ਵੀ ਸਾਹਿਬ ਨੇ ਸਮਝਾਇਆ, ਨਾਨਕ ਅੱਗੇ ਸੋ ਮਿਲੇ ਜੇ ਖੱਟਾ ਘਾਲੇ ਦੀ। ਇਹ ਨਹੀਂ ਕਿ ਇੱਧਰੋਂ ਬੇਈਮਾਨੀ ਦਾ ਕਮਾਇਆ, ਇੱਕ ਮਜ਼ਦੂਰ ਦੀ ਤਨਖਾਹ ਕੱਟੀ ਤੇ ਉਧਰ ਮੈਂ ਮੰਦਿਰ ਗੁਰਦੁਆਰੇ ਚ ਦਾਨ ਦੇਤਾ ਤੇ ਮੈਂ ਦਾਨੀ ਬਣ ਗਿਆ। ਉਹ ਵੀ ਸਾਹਿਬਾਂ ਨੇ ਸਮਝਾਇਆ ਪੜਦੇ ਜੇ ਨੂੰ ਹਾਤਾ ਕਰਮ ਕਰਮ ਦੇ ਪਿਤਰੀ ਦੇ ਅੱਗੇ ਵਸ ਸਿਆਣੀ ਹੈ ਪਿਤਰੀ ਚੋਰ ਕਰੇ। ਸੋ ਜਿਹੜਾ ਬੇਈਮਾਨੀ ਨਾਲ ਕਮਾਇਆ ਹੋਇਆ ਧਨ ਪਦਾਰਥ ਚਾਹੇ ਕਰੋੜਾ ਅਰਪਣ ਕੀਤੇ ਹੋਣ ਕਿਸੇ ਵੀ ਧਰਮ ਸਥਾਨ ਤੇ ਜਾਂ ਕਿਸੇ ਵੀ ਧਰਮ ਦੇ ਕਾਰਜ ਲਈ, ਸੋ ਕਾਰਜ ਉਹ ਪ੍ਰਵਾਨ ਨਹੀਂ ਉਹਦੇ ਦਰ ਤੇ। ਉੱਥੇ ਤਾਂ ਮਿਹਨਤ ਦੀ ਕਮਾਈ ਦੀ ਕੌਡੀ ਵੀ ਦਿੱਤੀ ਹੋਈ ਹੈ, ਜਿਹੜੀ ਭਾਵਨੀ ਭਗਤ ਪਾਏ ਕੌਡੀ ਅਗਰ ਭਾਗ ਰੱਖੇ ਤਾਂ ਹੀ ਗੁਰੂ ਸਾਹਿਬ ਨੇ ਦਾਨ ਦੇ ਉਹ ਪ੍ਰਵਾਨ ਹੈ। ਸੋ ਕੋਸ਼ਿਸ਼ ਇਹ ਕਰਨੀ ਹੈ, ਯਤਨ ਵੀ ਕਰਨਾ ਹੈ। ਗੁਰੂ ਪਾਤਸ਼ਾਹ ਦੇ ਵਚਨ ਕਹਿ ਰਹੇ ਨੇ ਸਾਨੂੰ, ਬਹੁ ਪ੍ਰਪੰਚ ਕਰ ਪਰਤਨ ਲਿਆਵੇ, ਸੁਖ ਦਾਰਾ ਪਹਿਆਨ ਲੁਟਾਵੇ, ਮਨ ਮੇਰੇ ਭੁੱਲੇ ਕਪਟ ਨਾ ਕੀਜੈ, ਅੰਤ ਨਵੇਰਾ ਤੇਰੇ ਜੀ ਪੈ ਲੀਜੈ। ਹੱਕ ਪਰਾਇਆ ਨਾਨਕਾ ਉਸ ਸੂਰ ਸੁਦਾਏ, ਗੁਰਪੀਰ ਹਮ ਤਾਂ ਪਰੇ ਜਾ ਮੁਰਦਾ ਖਾਨ ਸਮਾਨ। ਜੇ ਬੇਈਮਾਨੀ ਦਾ ਕਮਾਇਆ ਤੇ ਕਹਿੰਦੇ ਕੀਤਾ ਕੀ ਮੈਂ, ਜੋ ਸਾਹਿਬ ਸਮਝ ਆ ਰਹੇ ਨੇ, ਗੁਰੂ ਉਪਦੇਸ਼ ਸੁਨਿਓ ਨੈ ਕਾਨਨ ਪਰਦਾਰ ਲਟਾਇ, ਕਾਮ ਨ ਵਿਸਰਿਓ ਕ੍ਰੋਧ ਨ ਵਿਸਰਿਓ, ਲੋਭ ਨ ਛੂਟਿਓ ਦੇਵ। ਕਹਿੰਦੇ ਜਿਹੜੇ ਦੋ ਔਗਣ ਤੁਸੀਂ ਕੂ ਕੇ ਪੁਕਾਰ ਕੇ ਸਾਨੂੰ ਸੁਚੇਤ ਕਰਦੇ ਰਹੇ ਕਿ ਇਹਨਾਂ ਤੋਂ ਬਚੋ, ਇਹਨਾਂ ਤੋਂ ਬਚੋ। ਕਾਮ ਕ੍ਰੋਧ ਕਾਇਆ ਕੋ ਗਾਲੇ, ਜੋ ਕੰਚਨ ਸੁਹਾਗਾ ਢਾਲੇ। ਤੁਸੀਂ ਸਮਝਾਉਂਦੇ ਨੇ ਕਿ ਜਿਵੇਂ ਕਾਗਜ਼ ਗਲ ਜਾਂਦਾ ਹੈ ਭਾਈ, ਜਿਵੇਂ ਸੁਹਾਗਾ ਸੋਨੇ ਨੂੰ ਢਾਲਣ ਲਈ ਸੁਨਿਆਰ ਪਾ ਕੇ ਉਹਨੂੰ ਢਾਲਦਾ ਮਿਹਨਤ ਕਰਦਾ, ਕਹਿੰਦੇ ਇਹ ਕਾਮ ਔਰ ਕ੍ਰੋਧ ਦੋਨੋਂ ਔਗਣ ਸਰੀਰ ਦਾ ਨਾਸ਼ ਕਰਦੇ ਹੁੰਦੇ ਮੇਰਾ ਭਾਈ। ਬਸ ਪਰ ਕਹਿੰਦੇ ਮੈਂ ਨਹੀਂ ਕੀਤਾ। ਕਾਮ ਨਾ ਵਿਸਰਿਓ, ਕ੍ਰੋਧ ਨਾ ਵਿਸਰਿਓ, ਲੋਭ ਨਾ ਛੂਟਿਓ ਦੇਵਾ। ਕੁੱਤੇ ਵਾਂਗ ਲੋਭੀ ਸੁਭਾਅ ਵੀ ਰਿਹਾ, ਪਰ ਨਿੰਦਾ ਮੁਕਤੇ ਨਹੀਂ ਛੂਟੀ।
ਨਿਫਲ ਪਈ ਸਭ ਸਿਵਾ। ਨਿਰਣੈ ਗੁਰਦੇ ਪਿਤਾ। ਅਸੀਂ ਆਪਣੇ ਆਪ ਨੂੰ ਜਿੰਨੀਆਂ ਮਰਜ਼ੀ ਝੂਠੀਆਂ ਤਸੱਲੀਆਂ ਦੇ ਰਹੇ ਕਿ ਮੈਂ ਰੋਜ਼ ਝਾੜੂ ਦੀ ਸੇਵਾ ਕਰਦਾ, ਪੋਚੇ ਦੀ ਸੇਵਾ ਕਰਦਾ, ਜੋੜਿਆਂ ਦੀ ਸੇਵਾ ਕਰਦਾ, ਲੰਗਰ ਦੀ ਸੇਵਾ ਕਰਦਾ, ਆਹ ਕਰਦਾ, ਉਹ ਕਰਦਾ। ਉਹ ਕਰਨ ਦੇ ਨਾਲ ਨਾਲ ਜਿਨ੍ਹਾਂ ਕੰਮਾਂ ਤੋਂ ਵਰਜਿਆ ਜੀ ਉਹ ਵੀ ਕਰੇ। ਸਾਹਿਬ ਕਹਿੰਦੇ ਨਿਫਲ ਪਈ ਸਭ ਸਿਵਾ, ਸਾਰੀ ਵੇਸਟ ਜਾਓ, ਅਕਾਊਂਟੇਬਲ ਨਹੀਂ ਹੋਣੀ, ਅਕਾਊਂਟ 'ਚ ਨਹੀਂ ਜਾਣੀ, ਲੇਖੇ 'ਚ ਨਹੀਂ ਹੋਣੀ। ਭਗਤ ਕਬੀਰ ਜੀ ਦਾ ਬੜਾ ਪਿਆਰਾ ਸ਼ਬਦ ਹੈ। ਮਨ ਨੂੰ ਆਪਾਂ ਹੁਣੇ ਬਚਨ ਪੜਿਆ ਸੀ ਤੇ ਮਨ ਨੂੰ ਬਹੁਤ ਢੰਗਾਂ ਨਾਲ ਗੁਰੂ ਦੇ ਸ਼ਬਦ ਨਾਲ ਸਮਝਾਉਣਾ। ਮਨ ਢੀਠ ਹੈ, ਛੇਤੀ ਕਿਤੇ ਇੱਕ ਅੱਧੀ ਵਾਰ ਵੀ ਕਿਹਾ ਸੁਣਦਾ ਨਹੀਂ, ਰੋਜ਼ ਸਮਝਾਉਣਾ ਪੈਣਾ, ਬਾਰ ਬਾਰ ਕਹਿਣਾ। ਕਵਨ ਕਾਜ ਸਿਰਜੇ ਜਗ ਭੀਤਰ, ਕਵਨ ਜਨਮ ਫਲ ਪਾਇਆ। ਕਹਿੰਦੇ ਕਿਸ ਕਾਰਜ ਲਈ ਆਏ? ਪੜ੍ਹਦੇ ਤਾਂ ਰੋਜ਼ ਆना ਨੰਦ ਸਾਹਿਬ ਜੀ ਸਰੀਰਾਂ में इस जग में आए थे। रोज अपने मन ਨਾਲ ਡਾਇਲੌਗ ਕਰਨਾ। ਗੁਰੂ ਸਾਹਿਬ ਨੇ ਅੰਦਰ ਖੋਲਣ ਦੀ ਗੱਲ ਕੀਤੀ, ਬਾਹਰ ਖੋਲਣ ਦੀ ਗੱਲ ਨਹੀਂ ਕੀਤੀ। ਸਕਾਇਆ ਅੰਦਰ, ਉਹ ਸਾਰਾ ਕੁਝ ਇਹਦੇ ਅੰਦਰ ਹੈ। ਆਪਣੇ ਮਨ ਨੂੰ ਰੋਜ਼ ਮੁਖਾਤਿਬ ਹੋਣਾ ਹੈ, ਗੁਰੂ ਦੀ ਸ਼ਬਦ ਦੇ ਨਾਲ ਮੁਖਾਤਿਬ ਹੋਣਾ ਹੈ। ਸਰੀਰਾ ਮੇਰੇ ਇਸ ਜਗ में आए कि क्या तुझ कर्म कमाया, कि कर्म कमाया तुझ शरीरा जान तू जग में आया। जिन हर तेरा रचन रचिया, सो हर मन ना बसाया। जियो पाए पिंड जिन साजिया, दिता पैनन खान। बहुत कुछ दिता है सानू, पढ़ते तो रोज हैं असीं कि अस तेरा ही है। तू ठाकुर तुम पैर दास, जियो पिंड सब तेरी रास, तुम मात पिता हम बारक ते। कहने हैं जुबान तो मेरे वर्गे कि अज जियो भी तेरा है, पिंड भी तेरा है, पर मनदे कित्थे ओदी? जे ओदा है तां फिर ओदे हुक्म अनुसार चलना चाहिए, ओदे हुक्म अनुसार तुरना चाहिए। कहंदे किस काम लई जग विच आए सी ते की मैं प्राप्त करना सी? कहंदे ये जाने नहीं। भवन तरण तारण चिंतामन, एक निमख ना मन लाए मन लाए। कहते संसार सागर ਨੂੰ ਤਾਰਨ ਵਾਲੇ ਉਸ ਮਾਲਿਕ ਦੇ ਨਾਮ ਨਾਲ ਦੀ ਸਿਫਤ ਸਲਾਹ ਕਰੇ ਮਨ ਜੋੜਿਆ ਨਹੀਂ, ਮਨ ਕਰ ਕਬੂ ਨਾ ਹਰ ਗੁਨਾਹ। ਕਹਿੰਦੇ ਇਸ ਕਰਕੇ ਆ ਜੀਵਨ ਜਿਹੜਾ ਸੀ ਜਿਸ ਦਿਸ਼ਾ ਵਿੱਚ ਜਾਣਾ ਚਾਹੀਦਾ ਸੀ, ਦਿਸ਼ਾ ਤਾਂ ਉਹੀ ਸੀ, ਕਲੀਅਰਲੀ ਡਿਫਾਈਨਡ ਹੈ ਬਾਣੀ ਵਿੱਚ। ਮੰਜ਼ਿਲ ਸਾਨੂੰ ਜਦੋਂ ਮੰਜ਼ਿਲ ਪਤਾ ਹੋਵੇ ਕਿ ਮੈਂ ਇੱਥੋਂ ਤੁਰਨਾ ਤੇ ਇੱਥੇ ਪਹੁੰਚਣਾ ਹੈ, ਤੇ ਫਿਰ ਜੇ ਇੱਧਰ ਉੱਧਰ ਜਾਣ ਬੁੱਝ ਕੇ ਮਿਸਰਵੰਚਕ ਕਰਦੇ ਰਹੀ ਵੀ ਆਹ ਰਾਹ ਵੀ ਦੇਖੀ ਕਿੱਧਰ ਨੂੰ ਜਾਂਦਾ, ਆਹ ਰਾਹ ਵੀ ਦੇਖੀ ਕਿੱਧਰ ਨੂੰ ਜਾਂਦਾ, ਤਾਂ ਫਿਰ ਅਗਿਆਨਤਾ ਹੈ। ਮੰਜ਼ਿਲ ਸਾਡੀ ਸਾਨੂੰ ਗੁਰੂ ਸਾਹਿਬਾਨ ਨੇ ਬਿਲਕੁਲ ਸਪਸ਼ਟ ਦਰਸਾਈ ਹੋਈ ਹੈ ਨਾ, ਭਈ ਪ੍ਰਾਪਤ ਮਾਨੁਖ ਦੇ ਲਿਆ ਗੋਬਿੰਦ ਮਿਲਨ ਕੀ ਤੇ ਬਣੀ। मंजिल साड़ी बिल्कुल स्पष्ट दसी हुई है ना, हर दिन ऐसा चाहिए जैसा हरि। हरि वर्गे होना है, गुरु वर्गे होना है, गुणा करके होना है, और केवल ते केवल शब्द की संगत नाल, गुरु के उपदेश की संगत नाल हो सकते हैं। कहते एक निमक निमक होता है एक्सेप्टन तो भी घट समा। कहते इन्ने समय ਲਈ भी कदे जंजालां तो डिटैच होके ਉਹਦੇ ਨਾਲ ਅਟੈਚ ਨਹੀਂ ਹੋਇਆ, ਜੰਜਾਲਾਂ ਨੂੰ ਤਿਆਗ ਕੇ ਕਦੇ ਉਹਦੇ ਨਾਲ ਨਹੀਂ ਜੁੜਿਆ ਮੈਂ। गोविंद कहते मैं किवें दसां अपनी करनी, गोविंद हम ऐसे अपराधी जिन प्रभ जियो पिंड था दिया, तिसकी भाओ भगत नहीं सा। कहते जिन्हें सुंदर शरीर दिता सी, जे प्रसाद साहिब तां रोज चेताउंदे ने, सुखमनी साहिब पढ़दे आं, जे प्रसाद आरोग कंचन देही लिव लावो तिस राम सनेह। जी दी कृपा नाल इन्ना सुंदर अरोग सोने वर्गा साहिबा ने सोने वर्गी ताण के कंचन भी सोना ही होंदा। कहते इन्ना सुंदर अमोलक शरीर मिले, कहते नाल लिव क्यों नहीं जोड़दा, मन क्यों नहीं जोड़दा, सुख क्यों नहीं जोड़दा। जिन्हां नूं शरीर विच कोई ऊण है या किसी हादसे विच जिन्हां दा कोई अंग चला जांदा है रो करके, पुछ के देखो कि ओदे बख्शे होए इस शरीर दे एक एक अंग दी की कीमत है। जिहदी अख चलेगी, ਜਿਹੜੇ ਬਾਹਰ ਇੰਨੇ ਇੰਨੇ ਡਿਵੈਲਪਡ ਕੰਟਰੀਜ਼ ਨੇ, ਉਹਨਾਂ ਵਿੱਚ ਵੀ ਜੇ ਕਿਸੇ ਨੂੰ ਅੱਖ ਚਾਹੀਦੀ ਹੈ ਆਈ ਬੈਂਕ ਤੇ ਕਈ ਸਾਲਾਂ ਦੀ ਵੇਟਿੰਗ ਹੈ। ਜਿਨ੍ਹਾਂ ਦਾ ਅੰਗ ਕਿਸੇ ਕਾਰਨ ਮਾਰਿਆ ਗਿਆ, ਜਿੱਥੇ ਪ੍ਰੋਸਥੈਟਿਕਸ ਵਾਲੇ ਉਹ ਅੰਗ ਲਗਾਉਂਦੇ ਨੇ, ਉੱਥੇ ਪੁੱਛ ਕੇ ਦੇਖੋ ਕਿੰਨਾ ਔਖੀ ਖੇਡ ਹੈ। ਔਰ ਇੱਕ ਇੱਕ ਉਹਦਾ ਬਖਸ਼ਿਸ਼ ਕੀਤਾ ਗਿਆ ਸਰੀਰ ਦਾ ਜਿਹੜਾ ਫੈਕਲਟੀਜ਼ ਹੈ, ਉਹ ਸੱਚਮੁੱਚ ਅਮੋਲਕ ਨੇ, ਅਮੋਲਕ ਨੇ। ਸੋ ਹਰ ਪਲ ਉਹਨਾਂ ਨੂੰ ਵਰਤਦਿਆਂ ਹੋਇਆਂ ਉਹਨਾਂ ਦੀ ਸੁਵਰਤੋਂ ਕਰਨੀ ਸੀ, ਚੰਗੀ ਵਰਤੋਂ ਕਰਨੀ ਸੀ, ਉਹ ਸ਼ੁਕਰਾਨੇ ਦੀ ਭਾਵਨਾ ਵਿੱਚ ਕਰਨੀ ਸੀ, ਲੇਕਿਨ ਕਹਿੰਦੇ ਨਹੀਂ ਕੀਤੀ। ਸਮਾਂ ਜਿਹੜਾ ਹੈ ਉਹ ਹੋ ਗਿਆ। ਆਪਾਂ ਬਾਕੀ ਦੀਆਂ ਵਿਚਾਰਾਂ ਅੱਗੇ ਆਪਾਂ ਇੱਕ ਹੋਰ ਸਾਹਿਬ ਆ ਕੇ ਬੇਨਤੀ ਜੋ ਕਰਨੀ, ਜੋ ਸਾਹਿਬ ਆਖਰੀ ਪੰਕਤੀ ਚ ਕਰ ਰਹੇ ਨੇ, ਕਹੇ ਨਾਨਕ
सब औगन हो मैं राख दियो समारो कि मेरे च सारे औगन ने लेकिन तुहाडी शरण आ गए हैं तुसी कृपा करो दीन के दाते मेरा गुण अवगुण ना विचारो कोई माटी का क्या तो है स्वामी मानस की गई काम क्रोध लोभ झूठ निंदा इनते आप छुड़ावो ए भीतर ते इनको डालो आपन निकट बुलाओ अंदरों इन्ना ਜਿਹੜੇ ਦੂਤ ਬੈਠੇ ਨੇ ਖਵਾਰ ਕਰਨ ਵਾਲੇ ਨੇ ਆਪ ਕਿਰਪਾ ਕਰਕੇ ਇਹਨਾਂ ਨੂੰ ਅੰਦਰੋਂ ਕੱਢ ਦਿਓ ਮੇਰੇ ਹਿਰਦੇ ਚੋਂ ਮਨ ਚੋਂ ਬੁੱਧੀ ਚੋਂ ਸੁਖ ਵਿੱਚੋਂ ਤੇ ਆਪਣੇ ਕੋਲ ਬੁਲਾ ਲਓ ਆਪਣੇ ਨੇੜੇ ਬਿਠਾ ਲਓ ਤੁਹਾਡੇ ਨੇੜੇ ਬੈਠਿਆ ਬੇਅੰਤ ਬਰਕਤਾਂ ਬਖਸ਼ਿਸ਼ਾਂ ਨੇ ਸੋ ਆਪਾਂ ਸਾਰਿਆਂ ਨੇ ਗੁਰੂ ਦੇ ਪਿਤਾ ਦੇ ਇਹਨਾਂ ਬਚਨਾਂ ਰਾਹੀਂ ਮਨ ਨੂੰ ਸਮਝਾਉਣਾ ਔਰ ਮਨ ਨੂੰ ਗੁਰੂ ਦੇ ਬਚਨਾਂ ਨਾਲ ਗੁਰੂ ਦੀ ਸਿੱਖਿਆ ਨਾਲ ਜੋੜਨ ਦਾ ਸਾਰਿਆਂ ਨੇ ਨੇਕ ਨੀਤੀ ਨਾਲ ਯਤਨ ਕਰਨਾ ਜਿੱਥੇ ਮਨ ਨਹੀਂ ਸੁਣਦਾ ਉੱਥੇ ਗੁਰੂ ਦੀ ਅਰਦਾਸ ਕਰਨੀ ਤਰਲਾ ਕਰਨਾ रामी का मुबारक तेरा ताहे न कंदस अवगुण मेरा सुख अपराध करता है जीते जन्मी जीवन राखस देते गुरु पाशा रहमत करने बख्शिशां करने मेहर करने सारिਆਂ ਨੂੰ ਆਪਣੇ ਦਰ ਕਰ ਦੀ ਪ੍ਰੀਤ ਔਰ ਆਪਣੇ ਬੱਚਿਆਂ ਨੂੰ ਕਮਾਉਣ ਦੀ ਬੁੱਧੀ ਸਮਰੱਥਾ ਬਖਸ਼ਣ ਦੀ ਅਰਦਾਸ ਹੈ ਪੁਨਾ ਸੁਤਾ ਨਿਕੀਆਂ ਮੰਗਦੇ ਤੇ ਸਾਥ ਕਰਨਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ